सत श्री अकाल, नमस्कार, आदाब। मैं हाँ बलबीर जंडू, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਮਣੀਪੁਰ ਦੀ ਸਾਰੇ ਦੇਸ਼ ਵਿੱਚ ਜਿਸ ਤਰ੍ਹਾਂ ਚਰਚਾ ਤੇ ਉਸ ਨੂੰ ਲੈ ਕੇ ਜਿਹੜੀਆਂ ਘਟਨਾਵਾਂ ਉੱਥੇ ਵਾਪਰੀਆਂ ਤੇ ਸਾਰਾ ਦੇਸ਼ ਹਿੱਲਿਆ ਪਿਆ ਤੇ ਉੱਥੇ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਜਿਹੜੀਆਂ ਪ੍ਰਮੁੱਖ ਸੰਸਥਾਵਾਂ ਪ੍ਰਮੁੱਖ ਜਿਹੜੇ ਦੇਸ਼ ਨੇ ਉਹਨਾਂ ਦੇ ਜਿਹੜੇ ਪਾਰਲੀਮੈਂਟ ਨੇ, ਚਾਹੇ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਹੈ, ਚਾਹੇ ਬਰਤਾਨੀਆ ਦੀ ਪਾਰਲੀਮੈਂਟ ਹੈ, ਚਾਹੇ ਅਮਰੀਕਾ ਦੇ ਜਿਹੜੇ ਮੁੱਖ ਬੁਲਾਰੇ ਹੈਗੇ ਨੇ ਵਾਈਟ ਹਾਊਸ ਵੱਲੋਂ, ਉਹਨਾਂ ਸਾਰਿਆਂ ਨੇ ਇਸ ਗੱਲ ਤੇ ਬਹੁਤ ਚਿੰਤਾ ਪ੍ਰਗਟ ਕੀਤੀ ਹੈਗੀ ਹੈ ਕਿ ਜੋ ਕੁਝ ਮਣੀਪੁਰ ਵਿੱਚ ਵਾਪਰ ਰਿਹਾ ਤੇ ਇਸ ਗੱਲ ਤੋਂ ਵੀ ਸਾਰੇ ਬੜੇ ਹੈਰਾਨ ਨੇ ਕਿ ਲਗਭਗ ਇਸ ਤੇ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਨੂੰ 87 ਦਿਨ ਹੋ ਗਏ ਤੇ ਕੇਂਦਰ ਸਰਕਾਰ ਵੱਲੋਂ ਤੇ ਨਾ ਪ੍ਰਧਾਨ ਮੰਤਰੀ ਵੱਲੋਂ ਉਹਦੇ ਤੇ ਕੁਝ ਉਸ ਢੰਗ ਦਾ ਕਿਹਾ ਗਿਆ ਤੇ ਬਾਰ-ਬਾਰ ਜਦੋਂ ਕਿ ਵਿਰੋਧੀ ਜਿਹੜਾ ਗੱਠਜੋੜ ਹੈ ਇੰਡੀਆ ਉਸ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਪਾਰਲੀਮੈਂਟ ਵਿੱਚ ਆ ਕੇ ਇਸ ਦੇ ਉੱਤੇ ਆਪਣਾ ਬਿਆਨ ਦੇਣ, ਇਸ ਬਾਰੇ ਗੱਲ ਕਹਿਣ, ਪਰ ਪ੍ਰਧਾਨ ਮੰਤਰੀ ਇਸ ਗੱਲ ਨੂੰ ਬਿਲਕੁਲ ਸੁਣ ਨਹੀਂ ਰਹੇ ਔਰ ਇਸ ਦੇ ਲਈ ਇਸ ਗੱਠਜੋੜ ਵੱਲੋਂ ਇੰਡੀਆ ਵੱਲੋਂ ਬਕਾਇਦਾ ਪਾਰਲੀਮੈਂਟ ਦੇ ਬਾਹਰ ਧਰਨਾ ਵੀ ਲਾਇਆ ਗਿਆ ਤੇ ਅਜੇ ਵੀ ਉਹ ਇਸ ਗੱਲ ਤੇ ਅੜੇ ਹੋਇਆ ਔਰ ਇਸੇ ਨੂੰ ਲੈ ਕੇ ਉਹਨਾਂ ਨੇ ਬਕਾਇਦਾ ਹੁਣ ਜਿਹੜਾ ਬੇਭਰੋਸਗੀ ਮਤਾ ਹੈਗਾ ਪਾਰਲੀਮੈਂਟ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਪੇਸ਼ ਕੀਤਾ ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਰਾਹੁਲ ਗਾਂਧੀ ਨੇ ਇਸ ਸੁਥਾਰੀ ਸਥਿਤੀ ਦੇ ਉੱਤੇ ਇੱਕ ਬਿਆਨ ਜਾਰੀ ਕੀਤਾ, ਇੱਕ ਐਲਾਨ ਕੀਤਾ ਕਿ ਕਿਸ ਤਰ੍ਹਾਂ ਜਿਹੜੀ ਹੈ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਹੈ ਉਹ ਸੱਤਾ ਲਈ ਕੁਝ ਵੀ ਕਰ ਸਕਦੀ ਹੈ। ਉਹਨਾਂ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਹੋ ਰਿਹਾ ਜੋ ਕੁਝ ਮਣੀਪੁਰ 'ਚ ਹੋ ਰਿਹਾ, ਜਿਸ ਤਰ੍ਹਾਂ ਨਫ਼ਰਤ ਫੈਲਾਈ ਜਾ ਰਹੀ ਹੈ ਦੇਸ਼ ਦੇ ਵਿੱਚ ਤੇ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਰਾਹੁਲ ਗਾਂਧੀ ਦਾ ਕਿ ਉਹ ਇਹ ਦੇਖ ਰਹੇ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਸੱਤਾ ਦੀ ਖਾਤਰ ਆਪਣੀ ਵਿਚਾਰਧਾਰਾ ਦੀ ਖਾਤਰ ਮਣੀਪੁਰ ਅਤੇ ਦੇਸ਼ ਨੂੰ ਸਾੜ ਵੀ ਸਕਦੀ ਹੈ ਔਰ ਨਾਲ ਦੀ ਨਾਲ ਇਹ ਵੀ ਉਹਨਾਂ ਕਿਹਾ ਕਿ ਉਹਨਾਂ ਦੇ ਜਿਹੜੀਆਂ ਲੋਕਾਂ ਦੀਆਂ ਦੁੱਖ ਤਕਲੀਫਾਂ ਉਹਨਾਂ ਨਾਲ ਕੋਈ ਸਰੋਕਾਰ ਨਹੀਂ ਹੈ ਨਰਿੰਦਰ ਮੋਦੀ ਸਰਕਾਰ ਦੇ ਜਿਹੜੀ ਹੈ ਉਸ ਦਾ ਜਾਂ ਭਾਰਤੀ ਜਨਤਾ ਪਾਰਟੀ ਦਾ ਜਾਂ ਆਰਐਸਐਸ ਦਾ। ਇਹ ਗੱਲਾਂ ਦੇ ਨਾਲ ਤੀਸਰੀ ਜਿਹੜੀ ਅਸੀਂ ਗੱਲ ਹੈਗੀ ਹੈ ਉਹ ਹੈ ਪਾਰਲੀਮੈਂਟ ਦੇ ਵਿੱਚ ਜਿਸ ਢੰਗ ਦੇ ਨਾਲ ਸੱਤਾਧਾਰੀ ਧਿਰ ਵੱਲੋਂ ਵਿਰੋਧੀ ਧਿਰ ਨਾਲ ਵਿਵਹਾਰ ਕੀਤਾ ਜਾ ਰਿਹਾ ਉਸ ਤੇ ਵੀ ਸਾਰੇ ਹੈਰਾਨ ਵੀ ਹੁੰਦੇ ਆ, ਉਸ ਦੀ ਨਿਖੇਧੀ ਵੀ ਕਰਦੇ ਆ ਤੇ ਨਾਲ ਦੀ ਨਾਲ ਜਿਸ ਤਰ੍ਹਾਂ ਨਰਿੰਦਰ ਮੋਦੀ ਹੁਣੀ ਜਿਹੜੇ ਕੁਝ ਚਿਰ ਪਹਿਲਾਂ ਅਮਰੀਕਾ ਗਏ ਸੀ ਤੇ ਉੱਥੇ ਉਹਨਾਂ ਨੇ ਕੈਨੇਡੀ ਸੈਂਟਰ ਦੇ ਵਿੱਚ ਜਿਹੜਾ ਬਿਆਨ ਦਿੱਤਾ ਸੀਗਾ ਕਿ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਹਰ ਜਿਹੜਾ ਸਾਲ ਇੱਕ ਆਈਆਈਟੀ ਤੇ ਇੱਕ ਆਈਆਈਐਮ ਜਿਹੜਾ ਉੱਥੇ ਖੋਲਿਆ ਜਾ ਰਿਹਾ। ਸੋ ਇਹ ਜਿਹੜੀਆਂ ਸਾਰੀਆਂ ਸਥਿਤੀਆਂ ਹੈਗੀਆਂ ਸਾਰੇ ਜਿਹੜੀਆਂ ਬਕਾਇਦਾ ਬਿਆਨ ਹੈਗੇ ਆ ਜਿਹੜਾ ਹੋ ਰਿਹਾ ਰਾਹੁਲ ਗਾਂਧੀ ਵੱਲੋਂ ਕਿਹਾ ਗਿਆ ਨਰਿੰਦਰ ਮੋਦੀ ਹੁਣੀ ਜੋ ਕੁਝ ਅਮਰੀਕਾ 'ਚ ਕਹਿ ਕੇ ਆਏ ਤੇ ਉਹਦਾ ਸੱਚ ਕੀ ਹੈ, ਇਹ ਸਾਰੇ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਉੱਘੇ ਬੁੱਧੀਜੀਵੀ, ਉੱਘੇ ਵਿਸ਼ਲੇਸ਼ਣਕਾਰ ਤੇ ਉੱਘੇ ਚਿੰਤਕ ਸਤਨਾਮ ਚਾਨਾ ਜੀ ਤੇ ਦੂਸਰੇ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜੀ ਜਿਹੜੇ ਕਿ ਕੌਮੀ ਰਾਜਨੀਤੀ ਉੱਤੇ ਬੜੀ ਨੇੜਿਓਂ ਨਜ਼ਰ ਰੱਖਦੇ ਆ ਕਿ ਉਸ ਦੇ ਵਿੱਚ ਕੀ ਵਾਪਰ ਰਿਹਾ ਤੇ ਉਹ ਘਟਨਾਵਾਂ ਸਾਡੀ ਸਮੁੱਚੀ ਦੇਸ਼ ਦੀ ਰਾਜਨੀਤੀ ਉੱਤੇ ਕੀ ਅਸਰ ਪਾ ਰਹੀਆਂ ਤੇ ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਆਪਣੇ ਮਹਿਮਾਨਾਂ ਤੋਂ ਕਿ ਇਹ ਜਿਹੜੀ ਸਾਰੀ ਸਥਿਤੀ ਹੈ ਕਿ ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਬਾਰੇ ਜੋ ਕੁਝ ਰਾਹੁਲ ਗਾਂਧੀ ਹੋਣਾ ਕਿਹਾ, ਜੋ ਕੁਝ ਪਾਰਲੀਮੈਂਟ ਦੇ ਵਿੱਚ ਹੋ ਰਿਹਾ ਤੇ ਜੋ ਕੁਝ ਮਣੀਪੁਰ ਦੇ ਸਬੰਧ ਦੇ ਵਿੱਚ ਹੋ ਰਿਹਾ, ਉਹਨਾਂ ਤੋਂ ਜਾਣਨਾ ਚਾਹਾਂਗੇ ਉਹ ਇਸ ਨੂੰ ਕਿਸ ਤਰ੍ਹਾਂ ਦੇਖ ਰਿਹਾ ਤੇ ਉਹਨਾਂ ਦੀ ਇਸ ਦੇ ਬਾਰੇ ਕੀ ਰਾਏ ਹੈ। ਚਾਨਾ ਜੀ ਤੇ ਸਿੱਧੂ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਜੀ, ਧੰਨਵਾਦ ਜੀ ਜੰਡੂ ਸਾਹਿਬ। ਚਾਨਾ ਜੀ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜੋ ਕੁਝ ਵਾਪਰ ਰਿਹਾ ਜਿਹੜੀ ਮੈਂ ਗੱਲ ਕੀਤੀ ਹੈ, ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਮਣੀਪੁਰ ਦੇ ਬਾਰੇ ਜੋ ਕੁਝ ਰਾਹੁਲ ਗਾਂਧੀ ਹੋਣਾ ਨੇ ਕਿਹਾ ਤੇ ਉਸ ਪ੍ਰਸੰਗ ਦੇ ਵਿੱਚ ਕਿ ਉਹ ਇਹ ਕਹਿੰਦੇ ਆ ਕਿ ਦੇਸ਼ ਦੀ ਜੇ ਅੰਦਰ ਜਿਹੜੀ ਇਸ ਵੇਲੇ ਹੈ ਕਿ ਵਿਚਾਰਧਾਰਾ ਦੀ ਲੜਾਈ ਅਸੀਂ ਲੜ ਰਹੇ ਹਾਂ
ਤੇ ਅਸੀਂ ਵਿਚਾਰਧਾਰਾ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ, ਆਰਐਸਐਸ ਦੀ, ਉਸ ਦੇ ਕਰਕੇ ਹੀ ਇਹ ਸਾਰਾ ਕੁਝ ਜੋ ਮਣੀਪੁਰ 'ਚ ਵਾਪਰਿਆ, ਜੋ ਦੇਸ਼ ਅੰਦਰ ਵਾਪਰਿਆ, ਤੇ ਉਸ ਦੇ ਖਿਲਾਫ ਹੈ ਸਾਡੀ ਲੜਾਈ। ਜੰਡੂ ਸਾਹਿਬ, ਗੱਲ ਇਸ ਤਰ੍ਹਾਂ ਕਿ ਜਿਹੋ ਜਿਹਾ ਪ੍ਰਭਾਵ ਸਿਰਜਿਆ ਗਿਆ ਨਾ ਪਿਛਲੇ ਸਮੇਂ 'ਚ ਵੀਡੀਓ ਵਾਇਰਲ ਹੋਣ ਤੋਂ ਬਾਅਦ, ਜਿਸ ਵੱਡੇ ਪੈਮਾਨੇ ਦੇ ਉੱਤੇ ਇਹਦੇ ਤੇ ਚਿੰਤਾ ਤੇ ਦੁੱਖ ਪ੍ਰਗਟ ਕੀਤਾ ਗਿਆ, ਜਿਸ ਤਰ੍ਹਾਂ ਮਤਲਬ ਹੁਣ ਇਹ ਜਗ੍ਹਾ ਜਗ੍ਹਾ ਹਰ ਜਿਹੜੇ ਆਪਣੇ ਨੈਟ ਚੈਨਲ ਦੇ ਉੱਤੇ ਇਹਦੀਆਂ ਡਿਸਕਸ਼ਨਸ ਆ ਰਹੀਆਂ ਨੇ, ਜਾਂ ਸ਼ੋ ਵੀ ਹੋਏ, ਮੁਜ਼ਾਹਰੇ ਵੀ ਹੋਏ, ਐਕਸ਼ਨ ਵੀ ਹੋਏ, ਔਰ ਜੋ ਕੁਝ ਹੁਣ ਹੋ ਰਿਹਾ ਉਹਦੇ ਤੋਂ ਅਲੱਗ ਇੰਜ ਰਿਹਾ ਆ ਕਿ ਆਪੋਜੀਸ਼ਨ ਦਾ ਤੇ ਸਰਕਾਰ ਦਾ ਹੀ ਆਪਸ ਵਿੱਚ ਹੀ ਯੁੱਧ ਆ ਜਿਹੜਾ ਨਾ, ਉਹੀ ਮਸਲਾ ਆ ਜਿਹੜਾ ਅਸਲ ਦੇ ਵਿੱਚ ਇੰਨਾ ਗੰਭੀਰ ਮਸਲਾ ਆ, ਉਹਨੂੰ ਪਿੱਛੇ ਧੱਕਿਆ। ਉਹ ਐਂ ਲੱਗਦਾ ਕਿ ਉਹਦਾ ਪਿੱਛੇ ਹੀ ਰਹਿ ਗਿਆ। ਮਸਲਾ ਜਿਹੜਾ ਹੈਗਾ ਆ ਉਹ ਦੋ ਧਿਰਾਂ ਦਾ ਹੋ ਗਿਆ, ਇੱਕ ਆਪੋਜੀਸ਼ਨ ਦਾ ਤੇ ਇੱਕ ਸਰਕਾਰ ਦਾ। ਔਰ ਇਹਦੇ ਉੱਤੇ ਜੋ ਕੁਝ ਹੁਣ ਪਿਛਲੇ ਦਿਨਾਂ 'ਚ ਪਾਰਲੀਮੈਂਟ ਦੇ ਵਿੱਚ ਹੋਇਆ, ਚਾਹੀਦਾ ਤਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਇਹ ਸੀ ਕਿ ਉਹ ਪਾਰਲੀਮੈਂਟ ਦੇ ਵਿੱਚ ਜਾਂਦੇ, ਸਾਰੀ ਪਾਰਲੀਮੈਂਟ ਨੂੰ ਕੌਨਫੀਡੈਂਸ 'ਚ ਲੈ ਕੇ ਜੋ ਵੀ ਉੱਥੇ ਵਾਪਰਿਆ ਸੀਗਾ ਸਾਂਝੇ ਤੌਰ ਦੇ ਉੱਤੇ ਉਹਦੇ ਤੇ ਚਿੰਤਾ ਪ੍ਰਗਟ ਕੀਤੀ ਜਾਂਦੀ, ਤੇ ਨਾਲ ਇਹ ਆ ਕਿ ਵੀ ਇਹਦਾ ਰਾਹ ਕੱਢਿਆ ਜਾਂਦਾ ਕਿ ਵੀ ਇਹ ਜਿਸ ਪਾਸੇ ਨੂੰ ਤੁਰਿਆ ਜਾ ਰਿਹਾ ਦੇਸ਼ ਹੈ, ਇਹਨੂੰ ਰੋਕਾਂਗੇ ਕਿੱਦਾਂ, ਹੁਣ ਖਾਸ ਤੌਰ ਤੇ ਮਣੀਪੁਰ ਤੇ ਉਹਦੇ ਨਾਲ ਦੀਆਂ ਸਟੇਟਾਂ। ਲੇਕਿਨ ਹੋਇਆ ਨਹੀਂ ਇਸ ਤਰ੍ਹਾਂ। ਡਿਸਕਸ਼ਨ ਦੇ ਲਈ ਸਮਾਂ ਮੰਗਿਆ ਗਿਆ ਆਪੋਜੀਸ਼ਨ ਨੇ, ਤੇ ਉਹਦੇ 'ਚ ਪ੍ਰਧਾਨ ਮੰਤਰੀ ਨੇ ਆਉਣ ਦੀ ਬਜਾਏ ਜਾਂ ਹਾਂ ਕਰਨ ਦੀ ਬਜਾਏ ਇਹ ਕਿਹਾ ਕਿ ਜੀ ਇਹ ਹੋਮ ਮਿਨਿਸਟਰ ਜਿਹੜਾ ਨਾ ਉਹੀ ਇਹਦਾ ਜਵਾਬ ਦੇਣਗੇ। ਫਿਰ ਜਿੰਨਾ ਉਹ ਸਮਾਂ ਮਿੱਥਦੇ ਸੀਗੇ 2-2.5 ਘੰਟੇ ਦਾ, ਉਹਦੇ 'ਚ ਅੱਧਿਓਂ ਵੱਧ ਸਮਾਂ ਜਿਹੜਾ ਰੌਲੇ ਰੱਪੇ 'ਚ ਨਿਕਲ ਜਾਣਾ ਸੀ, ਅੱਧਿਓਂ ਵੱਧ ਸਮਾਂ ਜਿਹੜਾ ਰੂਲਿੰਗ ਪਾਰਟੀ ਨੇ ਲੈ ਜਾਣਾ ਸੀਗਾ, ਤੇ ਇੱਕ ਅੱਧਾ ਕੋਈ ਆਪੋਜੀਸ਼ਨ ਨਾਲ, ਮਤਲਬ ਉਹ ਇੱਕ ਰਸਮੀ ਜੀ ਕਾਰਵਾਈ ਸੀ। ਜਿਸ ਤਰ੍ਹਾਂ ਦੀ ਆਪੋਜੀਸ਼ਨ ਚਾਹੁੰਦੀ ਸੀ ਕਿ ਇਹਦੇ ਉੱਤੇ ਪੂਰਾ ਦਿਨ ਲੱਗੇ, ਸਾਰਿਆਂ ਨੂੰ ਜਿਹੜੇ ਵੀ ਚਾਹੁੰਦੇ ਹੋਣ ਮੈਂਬਰ ਉਹਨਾਂ ਨੂੰ ਬੋਲਣ ਦਾ ਮੌਕਾ ਮਿਲੇ, ਸਰਕਾਰ ਨੂੰ ਵੀ ਮਿਲੇ, ਆਪੋਜੀਸ਼ਨ ਨੂੰ ਵੀ ਮਿਲੇ, ਉਹ ਨਹੀਂ ਮੰਨੇ। ਹੁਣ ਆਪੋਜੀਸ਼ਨ ਨੇ ਇਹ ਸਮਝਿਆ ਕਿ ਵੀ ਹੁਣ ਹੋਰ ਕੋਈ ਤਰੀਕਾ ਨਹੀਂ ਰਹਿ ਗਿਆ ਕਿ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਵਿੱਚ ਲਿਆਂਦਾ ਜਾਵੇ, ਬੇਪ੍ਰਤੀਤੀ ਮਤਾ ਜਿਹੜਾ ਨਾ ਨੋ ਕੌਨਫੀਡੈਂਸ ਮੋਸ਼ਨ ਰੱਖਿਆ ਜਾਵੇ, ਤੇ ਉਹਦੇ ਨਾਲ ਤਾਂ ਇਹਨਾਂ ਨੂੰ ਆਉਣਾ ਹੀ ਪਏਗਾ। ਯਾਨੀ ਇਹ ਨਹੀਂ ਹੈ ਕਿ ਸਰਕਾਰ ਨੂੰ ਕੋਈ ਉਹਦੇ ਨਾਲ ਫਰਕ ਪੈ ਜਾਣਾ। ਉਹ ਇੱਕ ਤਰੀਕਾ ਲੱਭ ਲਿਆ ਉਹਨਾਂ ਨੇ ਕਿ ਹੁਣ ਹੋਰ ਕੋਈ ਤਰੀਕਾ ਨਹੀਂ ਰਹਿ ਗਿਆ ਕਿ ਪ੍ਰਧਾਨ ਮੰਤਰੀ ਆ ਕੇ ਪਾਰਲੀਮੈਂਟ ਦੇ ਵਿੱਚ ਆਪਣਾ ਜਵਾਬ ਦੇਣ। ਸੋ ਇਸ ਕਰਕੇ ਇਹ ਨੋ ਕੌਨਫੀਡੈਂਸ ਮੋਸ਼ਨ ਤਾਂ ਆ ਗਿਆ ਇਸ ਤਰ੍ਹਾਂ ਦੇ ਨਾਲ। ਲੋਕਾਂ ਨੂੰ ਪਤਾ ਆ ਕਿ ਸਰਕਾਰ ਨੂੰ ਤਾਂ ਕੋਈ ਹਿੱਲਣਾ ਨਹੀਂ, ਸਰਕਾਰ ਦਾ ਤਾਂ ਕੁਝ ਵਿਗੜਨਾ ਨਹੀਂ ਹੈ, ਉਹਨਾਂ ਕੋਲ ਬਹੁਮਤ ਹੀ ਇੰਨਾ ਹੈਗਾ। ਲੇਕਿਨ ਇਹ ਆ ਕਿ ਦੇਸ਼ ਦੇ ਸਾਹਮਣੇ ਦੋਹਾਂ ਧਿਰਾਂ ਦਾ ਵਿਚਾਰ ਤਾਂ ਜਾਏਗਾ ਹੀ ਨਾ, ਦੋਹਾਂ ਧਿਰਾਂ ਜਿਹੜੀਆਂ ਉਹ ਬੋਲਣਗੀਆਂ। ਹੁਣ ਖਤਰਾ ਇਹਦੇ 'ਚ ਇਹ ਆ ਕਿ ਜਿਸ ਤਰ੍ਹਾਂ ਦਾ ਟੈਕਟਿਕਸ ਅਪਣਾਏ ਹੋਏ ਆ ਰੂਲਿੰਗ ਸਰਕਲ ਦੇ ਵੱਲੋਂ ਜਾਂ ਪ੍ਰਧਾਨ ਮੰਤਰੀ ਵੱਲੋਂ ਖੁਦ ਵੀ, ਕਿ ਉਹ ਜਿੰਨਾ ਵੀ ਕੁਝ ਉੱਥੇ ਬੋਲਣਗੇ, ਜੋ ਮੈਨੂੰ ਲੱਗਦਾ ਹੈ, ਜੋ ਮੈਨੂੰ ਸ਼ੰਕਾ ਹੈਗੀ ਆ ਕਿ ਉਹ ਹੋਰ ਹੀ ਮਸਲਿਆਂ ਦੇ ਉੱਤੇ ਲਿਆ ਕੇ ਜਿਹੜੇ ਦੇਸ਼ ਨਾਲ ਸੰਬੰਧਿਤ ਹੈਗੇ, ਕਿਉਂਕਿ ਬੇਪ੍ਰਤੀਤੀ ਦਾ ਮਸਲਾ ਹੈਗਾ, ਤੇ ਫਿਰ ਉਹ ਸਾਰੇ ਮਸਲੇ ਜਿਹੜਾ ਮਰਜ਼ੀ ਮਸਲਾ ਉਠਾ ਲੈਣ। ਯਾਨੀ ਉਹ ਫਿਰ ਕੁਝ ਐਸੇ ਮਸਲੇ ਉਭਾਰ ਦੇਣੇ ਆ ਉਹਨਾਂ ਨੇ ਜਿਨ੍ਹਾਂ ਦਾ ਇਹਦੇ ਨਾਲ ਸਿੱਧਾ ਸੰਬੰਧ ਨਹੀਂ ਹੋਣਾ ਹੈ, ਉਹਦਾ ਦੇਸ਼ ਦੇ ਨਾਲ ਤਾਂ ਸਿੱਧਾ ਸੰਬੰਧ ਹੋਏਗਾ। ਹੁਣ ਉਹਦੇ ਵਿੱਚੋਂ ਕੀ ਨਿਕਲੇਗਾ ਕੀ ਨਹੀਂ ਨਿਕਲੇਗਾ, ਇਹ ਹੁਣ ਜਿਨ੍ਹਾਂ ਦੀ ਜਿੱਦਾਂ ਦੀ ਮੁਹਾਰਤ ਬੀਜੇਪੀ ਦੇ ਲੀਡਰਾਂ ਨੂੰ ਹੈ ਤੇ ਜਿਸ ਤਰ੍ਹਾਂ ਦੀ ਮੁਹਾਰਤ ਪ੍ਰਧਾਨ ਮੰਤਰੀ ਜੀ ਨੂੰ ਹੈ, ਮੈਨੂੰ ਨਹੀਂ ਲੱਗਦਾ ਕਿ ਜਿਸ ਚੀਜ਼ ਦੇ ਉੱਤੇ ਕੰਸਨਟਰੇਟ, ਜਿਸ ਮਸਲੇ ਦੇ ਉੱਤੇ, ਜਿਸ ਗੰਭੀਰਤਾ ਦੇ ਉੱਤੇ ਧਿਆਨ ਦਿਵਾਉਣਾ ਚਾਹੁੰਦੇ ਹੋ ਦੇਸ਼ ਦਾ, ਉਹ ਹੋਰ ਭਟਕ ਜਾਣ ਦਾ ਵੀ ਖਤਰਾ ਪੈਦਾ ਹੋ ਸਕਦਾ ਹੈ। ਇਸ ਕਰਕੇ ਦੂਸਰੀ ਆਖਰੀ ਗੱਲ ਮੇਰੀ ਇਹ ਰਹਿ ਗਈ ਕਿ ਜਿੱਥੋਂ ਤੱਕ ਹੈਗਾ ਕਿ ਵਿਚਾਰਧਾਰਾ ਦਾ ਮਸਲਾ ਜੋ ਰਾਹੁਲ ਗਾਂਧੀ ਨੇ ਉਠਾਇਆ, ਉਹ ਪਹਿਲਾਂ ਵੀ ਵਿਚਾਰਧਾਰਾ ਦੀ ਹੀ ਗੱਲ ਕਰ ਰਿਹਾ। ਔਰ ਜੇ ਅਸੀਂ ਇੱਥੇ ਪਹੁੰਚ ਗਏ ਹਾਂ, ਸਾਡਾ ਦੇਸ਼ ਇੱਥੇ ਪਹੁੰਚ ਗਿਆ ਕਿ ਭੀੜਾਂ ਜੁੜ ਕੇ ਇਸ ਤਰ੍ਹਾਂ ਦੀ ਬਦਤਮੀਜ਼ੀ ਕਰਨ ਲੱਗ ਪਈਆਂ, ਤਾਂ ਕੋਈ ਵੀ ਕਿਸੇ ਪਾਸੇ ਨੂੰ ਵੀ ਦੇਸ਼ ਦੇ ਲੋਕਾਂ ਦੇ ਜਾਣ ਦਾ ਇੱਕ ਕਾਰਨ ਹੁੰਦਾ। ਪਹਿਲਾਂ ਵਿਚਾਰਧਾਰਾ ਹੀ ਕੰਮ ਕਰ ਰਹੀ ਹੁੰਦੀ ਹੈ, ਔਰ ਉਹ ਵਿਚਾਰਧਾਰਾ ਬਹੁਤ ਦੇਰ ਆਪਣਾ ਥਾਂ ਬਣਾਈ ਜਾਂਦੀ ਹੈ ਲੋਕਾਂ ਦੀ ਮਾਨਸਿਕਤਾ ਦੇ ਵਿੱਚ, ਉਹਨਾਂ ਦੀ ਮਾਨਸਿਕਤਾ ਦੇ ਵਿੱਚ ਜਿਨ੍ਹਾਂ ਦੇ ਲਈ ਉਹ ਵਿਚਾਰਧਾਰਾ ਨੂੰ ਪ੍ਰਚਾਰਿਆ ਜਾ ਰਿਹਾ ਹੁੰਦਾ। ਇਸ ਕਰਕੇ ਅਸੀਂ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਇਹ ਬੜਾ ਗੰਭੀਰ ਮਸਲਾ ਹੈਗਾ। ਐਵੇਂ ਕਿਸੇ ਨੂੰ ਕਹਿ ਕੇ ਨਹੀਂ ਉਹਦੇ ਤੋਂ ਇਸ ਤਰ੍ਹਾਂ ਦੇ ਐਕਸ਼ਨ ਕਰਵਾਏ ਜਾ ਸਕਦੇ। ਉਹਨਾਂ ਦੀ ਸਾਈਕੀ ਦੇ ਵਿੱਚ ਬਿਠਾਉਣਾ ਪੈਂਦਾ ਹੁੰਦਾ, ਸਾਈਕੀ ਦੇ ਵਿੱਚ ਬਿਠਾਉਂਦੀ ਹੈਗੀ ਆ ਵਿਚਾਰਧਾਰਾ, ਔਰ ਉਹ ਵਿਚਾਰਧਾਰਾ ਹੀ ਏਜੰਡੇ ਤੇ ਜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਨਾ,
ਮੈਂ ਸਮਝਦਾ ਕਿ ਇੱਕ ਇਹ ਚੰਗੀ ਗੱਲ ਹੈਗੀ, ਪਰ ਉਹ ਲਿਆ ਸਕਣਗੇ ਕਿ ਉਹ ਇਸ ਢੰਗ ਦੇ ਨਾਲ ਉਸ ਵਿਚਾਰਧਾਰਾ ਨੂੰ ਏਜੰਡੇ ਤੇ ਲਿਆ ਸਕਣਗੇ ਜਿਹੜੀ ਦੁਬਾਰਾ ਜਿਹਦੇ ਪੈਰਲਲ ਕੋ ਵਿਚਾਰਧਾਰਾ ਜਿਹੜੀ ਉੱਭਰ ਕੇ ਸਾਹਮਣੇ ਆਵੇ, ਜਿਹੜੀ ਇਸ ਦੇਸ਼ ਦੀ ਸੀ ਔਰ ਇਸ ਦੇਸ਼ ਦਾ ਜਿਹੜਾ ਜਿੱਥੇ ਸਾਈਕੀ ਪਹਿਲਾਂ ਸੀ ਔਰ ਇਹ ਦੇਸ਼ ਦਾ ਜਿਹੜਾ ਨਾ ਇੱਕ ਸੋਚਣ ਦਾ ਚਿੰਤਨ ਕਰਨ ਦਾ ਜਿਹੜਾ ਤਰੀਕਾ ਸੀ, ਉੱਥੇ ਨੂੰ ਮੋੜ ਕੇ ਲਿਆਉਣ ਵਾਲੀ ਜਿਹੜੀ ਵਿਚਾਰਧਾਰਾ ਨੂੰ ਏਜੰਡੇ ਤੇ ਲਿਆ ਸਕਣਗੇ ਕਿ ਨਹੀਂ ਲਿਆ ਸਕਣਗੇ। ਇਸ ਕਰਕੇ ਮੈਂ ਇਹ ਸੋਚਦਾ ਕਿ ਏਜੰਡਾ ਜੋ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਰਾਹੁਲ ਗਾਂਧੀ ਨੇ, ਏਜੰਡਾ ਤਾਂ ਹੈਗਾ ਉਹੀ ਜਿਹਦੇ ਵਿੱਚੋਂ ਇਹ ਸਾਰੇ ਵਿਗਾੜ ਨਿਕਲ ਰਹੇ ਆ। ਇਸ ਕਰਕੇ ਉਹਦੇ ਤੇ ਡਟ ਕੇ ਚਰਚਾ ਹੋਣੀ ਚਾਹੀਦੀ ਆ। ਬਾਕੀ ਜੋ ਪਾਰਲੀਮੈਂਟ ਦੇ ਵਿੱਚ ਹੋ ਰਿਹਾ ਉਹ ਆਉਣ ਵਾਲੇ ਸਮੇਂ 'ਚ ਦੇਖਦੇ ਆ ਕਿ ਕਿਸ ਤਰ੍ਹਾਂ ਇਹ ਸਿਰੇ ਲਾਣਗੇ। ਸਰ, ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ ਕਿ ਵਿਚਾਰਧਾਰਕ ਲੜਾਈ ਤਾਂ ਆਉਣ ਵਾਲੇ ਸਮੇਂ 'ਚ ਦੇਖਦੇ ਆ ਕਿ ਉਹ ਉਸ ਲੈਵਲ ਤੱਕ ਲਿਜਾ ਪਾਉਂਦੇ ਕਿ ਨਹੀਂ ਰਾਹੁਲ ਗਾਂਧੀ। ਪਰ ਨਾਲ ਦੀ ਨਾਲ ਕਿਉਂਕਿ ਤੁਸੀਂ ਲੰਮਾ ਸਮਾਂ ਪਾਰਲੀਮੈਂਟ ਨੂੰ ਕਵਰ ਵੀ ਕੀਤਾ, ਰਿਪੋਰਟ ਵੀ ਕੀਤਾ ਹੈਗਾ, ਤੇ ਜੋ ਕੁਝ ਪਾਰਲੀਮੈਂਟ 'ਚ ਵਾਪਰ ਰਿਹਾ ਹੈਗਾ ਇਸ ਵੇਲੇ, ਉਸ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਦੇਖੋ, ਚਾਨਾ ਜੀ ਦੀ ਗੱਲ ਤਾਂ ਇੱਕ ਠੀਕ ਹੈ ਵੀ ਮਸਲੇ ਦੂਸਰੇ ਪਾਰਲੀਮੈਂਟ ਦੇ ਵਿੱਚ ਉਠਾਏ ਜਾਣਗੇ। ਅਡਾਨੀ ਦਾ ਮਸਲਾ ਜਿਹਦੇ ਉੱਤੇ ਸਾਰੀ ਗੱਲ ਵਿਗੜੀ ਸੀ, ਰਾਹੁਲ ਨੂੰ ਗਾਂਧੀ ਨੂੰ ਪਾਰਲੀਮੈਂਟ ਚੋਂ ਕੱਢਣ ਤੱਕ ਦੀ ਨੌਬਤ ਸਾਰੀ ਖੜੀ ਹੋ ਗਈ, ਉਹਨੂੰ ਕੱਢਿਆ ਗਿਆ। ਉਹ ਸਾਰੇ ਮਸਲੇ ਉੱਠਣਗੇ ਸਾਰੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਵਿਗਾੜਾਂ ਕਰਕੇ ਇਹ ਮਣੀਪੁਰ ਉੱਭਰਿਆ ਤੇ ਉਹਨਾਂ ਸਾਰਿਆਂ ਦੀ ਗੱਲ ਦੁਬਾਰਾ ਹੋ ਜੇ ਤਾਂ ਕੋਈ ਮਾੜੀ ਗੱਲ ਨਹੀਂ, ਪਰਸੈਪਸ਼ਨ ਬਣੂਗਾ। ਮਸਲਾ ਇੱਕ ਨਹੀਂ ਹੈ, ਮਸਲੇ ਸਾਰੇ ਆ। ਤੇ ਜਿਹੜਾ ਮਣੀਪੁਰ ਵਾਲੇ ਗੱਲ ਉੱਤੇ ਰਾਹੁਲ ਗਾਂਧੀ ਫੋਕਸ ਕਰਦਾ ਵੀ ਇੱਥੇ ਅੱਗ ਲਾਈ ਹੈ, ਇਹਨਾਂ ਨੇ ਸਾਰੇ ਦੇਸ਼ ਨੂੰ ਵੀ ਸਾੜ ਸਕਦੇ ਆ, ਪੰਜਾਬ ਹਰਿਆਣਾ ਯੂਪੀ ਨੂੰ ਵੀ ਸਾੜ ਸਕਦੇ ਆ ਸਾਰਾ, ਆਪਦੇ ਰਾਜ ਕਰਨ ਲਈ, ਸੱਤਾ ਤੇ ਬਣੇ ਰਹਿਣ ਲਈ, ਸੱਤਾ ਪ੍ਰਾਪਤੀ ਲਈ। ਤੇ ਇਹ ਸਾਰੇ ਮਸਲੇ ਆ ਜਿਹੜੇ ਉਹ RSS ਦੀ ਜਿਹੜੀ ਆਈਡੀਓਲੋਜੀ ਹੈ ਹਿੰਦੂ ਰਾਸ਼ਟਰ, ਉਹਦੇ ਉੱਤੇ ਹੀ ਫੋਕਸ ਹੁੰਦਾ। ਨਾ ਕਿਹਾ ਜਾਵੇ ਰੋਜ਼-ਰੋਜ਼, ਪਰ ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਸੀ, ਜਿਹਦੇ ਵਿੱਚੋਂ ਇਸ ਨੇ ਬਹੁਮਤ ਵੋਟਾਂ ਖੜੀਆਂ ਕੀਤੀਆਂ, ਹਿੰਦੂਤਵ ਜਿਹਦੇ ਉੱਤੇ ਸਰਵਾਈਵ ਕਰ ਰਿਹਾ, ਜਿਹਦੇ ਉੱਤੇ ਟੇਕ ਹੈ ਹਿੰਦੂਤਵ ਦੀ, ਉਸੇ ਉੱਤੇ ਤੁਸੀਂ ਉਹਦੀ ਜੜ 'ਚ ਹੀ ਤੁਸੀਂ ਸਾਰੀ ਗੱਲ ਕਰਨੀ ਆ, ਉਸੇ ਉੱਤੇ ਹੀ ਤੁਸੀਂ ਫੋਕਸ ਕਰਨਾ। ਇਹ ਬੜਾ ਸੋਹਣਾ ਫੋਕਸ ਹੋ ਰਿਹਾ ਮੇਰੇ ਮੁਤਾਬਕ ਤਾਂ। ਰਾਹੁਲ ਗਾਂਧੀ ਫੋਕਸ ਕਰ ਰਿਹਾ, ਕਰਨਾਟਕਾ 'ਚ ਬੜਾ ਫੋਕਸ ਹੋਇਆ, ਤੇ ਇਹ ਸਾਰੇ ਥਾਵਾਂ ਤੇ ਫੋਕਸ ਹੋ ਰਿਹਾ। ਤੇ ਨਹੀਂ, ਉਸੇ ਦੀ ਜਿਹੜੀ ਆਫਸ਼ੂਟ ਹੈ, ਉਸੇ ਦਾ ਰਿਜ਼ਲਟ ਹੈ ਉਹ ਮਣੀਪੁਰ ਹੈ। ਤੁਸੀਂ ਇਹ ਦੇਖੋ ਵੀ ਇਹ ਠੀਕ ਕਿਹਾ ਰਾਹੁਲ ਗਾਂਧੀ ਨੇ ਵੀ ਇਹਨਾਂ ਦੀ ਪਾਲਿਸੀ ਕਰਕੇ ਹੀ ਇਹ ਜਿਹੜਾ ਮਣੀਪੁਰ ਦਾ ਸਾਰਾ ਇੱਥੋਂ ਤੱਕ ਗੜਬੜ ਹੋਈ ਹੈ, ਔਰਤਾਂ ਵਿਰੁੱਧ ਹੋਰ ਸਾਰਾ ਕੁਝ ਜੋ ਵੀ ਹੋਇਆ। ਤੇ ਉਹ ਇਹ ਦੇਖੋ ਵੀ 2-3 ਡੈਪੂਟੇਸ਼ਨ ਬੈਠੇ ਰਹੇ ਆ ਕੇ ਮਣੀਪੁਰ ਦੇ ਵਿੱਚੋਂ ਮਿਲਣ ਲਈ ਪ੍ਰਾਈਮ ਮਿਨਿਸਟਰ ਨੂੰ। ਪ੍ਰਾਈਮ ਮਿਨਿਸਟਰ ਕੁਛ ਟਾਈਮ ਵੀ ਨਹੀਂ ਸੀ ਕੱਢ ਸਕਦਾ, ਇਹਨਾਂ 'ਚੋਂ ਨਹੀਂ ਜਾ ਸਕਿਆ ਤਾਂ ਕੁਛ ਟਾਈਮ ਉਹਨਾਂ ਨੂੰ ਮਿਲਣ ਦਾ ਤਾਂ ਕੱਢ ਦਿੰਦਾ, 5-10-20 ਮਿੰਟ ਮਿਲਣ ਦਾ। ਇਹੀ ਉਹਨਾਂ ਨੇ ਮਿਲਿਆ ਤਾਂ ਨਹੀਂ, ਕਿਉਂਕਿ ਜਿਹੜੀ ਪਾਲਿਸੀ ਹੈ RSS ਦੀ, ਉਹਦੇ ਅਧੀਨ ਹੀ ਸਾਰਾ ਕੁਛ ਮਣੀਪੁਰ ਦੇ ਵਿੱਚ ਗੜਬੜ ਖੜੀ ਕੀਤੀ ਹੈ। ਤੇ ਉਹ ਫਿਰ ਕਿਵੇਂ ਮਿਲਿਆ ਜਾਵੇ? ਪਾਲਿਸੀ ਇੰਪਲੀਮੈਂਟ ਕਰ ਰਿਹਾ RSS ਦੀ। ਤਾਂ ਇਸ ਕਰਕੇ ਫਿਰ ਇਹ ਬਿਲਕੁਲ ਫੋਕਸ ਹੋ ਰਹੀ ਹੈ ਗੱਲ। RSS ਦਾ ਡਿਸਮੈਂਟਲ ਹੋਣਾ ਜਾਂ RSS ਦੀ ਪੋਲੀਟਿਕਸ ਨੂੰ ਧੱਕਾ ਲੱਗਣਾ ਜਾਂ ਉਸ ਦਾ ਥੱਲੇ ਆਉਣਾ ਹੀ ਆਪਣੇ ਆਪ ਦੇਸ਼ ਵਿੱਚ ਸੈਕੂਲਰਿਜ਼ਮ ਕਹਿਣ ਦੀ ਲੋੜ ਨਹੀਂ। ਦੇਸ਼ ਦੀ ਡਿਵਰਸਿਟੀ ਇੰਨੀ ਹੈ ਤੇ ਬਚ ਹੀ ਨਹੀਂ ਸਕਦਾ ਉਸ ਤੋਂ ਬਗੈਰ। ਸਾਰੀ ਡਿਵਰਸਿਟੀ ਨੂੰ, ਇਹ ਸਬ ਕੰਟੀਨੈਂਟ ਦੀ ਡਿਵਰਸਿਟੀ ਨੂੰ ਸਾਂਭੇ ਬਗੈਰ ਇਹ ਦੇਸ਼ ਇਕੱਠਾ ਨਹੀਂ ਰਹਿ ਸਕਦਾ। RSS ਦਾ ਪਾਕਿਸਤਾਨ ਲੈਵਲ ਤੇ ਇਸਲਾਮਿਕ ਸਟੇਟ ਵਾਂਗੂ ਇੱਥੇ ਹਿੰਦੂ ਸਟੇਟ ਬਣਾਉਣਾ ਚਾਹੁੰਦੀ ਹੈ। ਉਹ ਪਾਲਿਸੀ ਤਾਂ ਇੱਥੇ ਚੱਲੇਗੀ ਨਹੀਂ। ਤੇ ਉਸ ਦਾ ਹੁਣ ਜਿਹੜਾ ਡੈਡ ਐਂਡ ਆ ਗਿਆ, ਇਦੋਂ ਅੱਗੇ ਤਾਂ ਵਿਗਾੜ ਹੀ ਵਿਗਾੜ ਹੈ ਸਾਰੇ। ਤੇ ਹੁਣ ਲੋਕਾਂ ਦੇ ਸਾਹਮਣੇ ਆ ਗਏ। ਜਿੱਥੋਂ ਤੱਕ ਸਵਾਲ ਹੈ ਵੀ ਸਿਮਰਤੀ ਜਿਹੜੀ ਉਹ ਇਰਾਨੀ ਸਿਮਰਤੀ ਹੈ ਜਿਹੜੀ ਬੋਲ ਰਹੀ ਹੈ ਸਾਰਾ ਕੁਛ, ਉਹ ਤਾਂ ਆਪਣੇ ਜਿਹੜੇ ਕਈ ਸਪੀਕਰ ਹੁੰਦੇ ਉਹਨਾਂ ਨੂੰ ਅੱਗੇ ਲਾਇਆ ਜਾਂਦਾ ਵੀ ਤੁਸੀਂ ਬੋਲੋ, ਤੇ ਉਹ ਬੋਲਣ ਦੀ ਜੋ ਵੀ ਕਿਹਾ ਜਾਂਦਾ ਬੁਲਾਇਆ ਜਾਂਦਾ, ਬੋਲਦਾ। ਦੇਖੋ ਤੁਸੀਂ ਰਾਹੁਲ ਗਾਂਧੀ ਉਹ ਕਹਿੰਦੇ ਮਣੀਪੁਰ ਤੇ ਘੱਟ ਬੋਲ ਰਿਹਾ, ਉਹ ਰਾਜਸਥਾਨ ਦੀ ਗੱਲ ਕਰਦੇ ਆ, ਉਹ ਛਤੀਸਗੜ੍ਹ ਦੀ ਗੱਲ ਕਰਦੇ ਆ। ਉਹ ਕਹਿੰਦੇ ਜੀ ਕਿ ਉੱਥੇ ਵੀ ਤਾਂ ਇਦਾਂ ਦੀਆਂ ਬਲਾਤਕਾਰ ਦੀਆਂ ਘਟਨਾਵਾਂ ਹੋਈਆਂ। ਦੇਖੋ ਧਿਆਨ ਢਾ ਕੇ ਲੋਕਾਂ ਦਾ ਉਧਰ ਲਾਉਣ ਦੇ ਤੇ ਜ਼ਿਆਦਾ ਉਹਨਾਂ ਦਾ ਧਿਆਨ ਕੇਂਦਰਿਤ ਹੈ। ਦੇਖੋ ਬੜੀ ਸਿਆਸਤ ਦੀ ਗੱਲ ਕਰਦਾ, ਸਿਰਫ 36 ਸੈਕਿੰਡ ਉਹ ਬੋਲਿਆ ਇਸ ਉੱਤੇ ਮਣੀਪੁਰ ਤੇ, ਉਹ ਵੀ ਪਾਰਲੀਮੈਂਟ ਤੋਂ ਬਾਹਰ, ਜਦੋਂ ਪਾਰਲੀਮੈਂਟ ਚੱਲ ਰਹੀ ਹੈ।
ਤੇ ਇਸ ਕਰਕੇ ਉਹਨੇ ਜਾਣਬੁੱਝ ਕੇ ਜਿੱਥੇ ਬੀਜੇਪੀ ਤੋਂ ਦੂਜੀਆਂ ਸਰਕਾਰਾਂ ਹੈਗੀਆਂ ਦੂਜੀਆਂ ਪਾਰਟੀਆਂ ਦੀਆਂ ਉਹਨਾਂ ਬਾਰੇ ਛੱਤੀਸਗੜ੍ਹ ਲੈ ਲਿਆ ਔਰ ਰਾਜਸਥਾਨ ਲੈ ਲਿਆ। ਇਹ ਜਿਹੜੀ ਸਾਰੀ ਪੋਲੀਟਿਕਿੰਗ ਹੈ ਜਿਹੜੀ ਇਸ ਕਿਸਮ ਦੀ ਸਿਆਸੀ ਜਿਹੜੇ ਬੋਲ ਹੁੰਦਾ ਇਹ ਬਹੁਤਾ ਚਿਰ ਚੱਲੂਗਾ ਨਹੀਂ, ਬੜੀ ਦੇਰ ਹੋ ਗਈ ਚਲਾਉਂਦਿਆਂ ਨੂੰ। ਤੇ ਇਸ ਕਰਕੇ ਮੈਨੂੰ ਇਹ ਲੱਗਦਾ ਵੀ 267 ਦੇ ਥੱਲੇ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਹੈ ਉਸ ਨੇ ਕਾਫੀ ਜ਼ਿਆਦਾ ਗੱਲਾਂ ਕਲੀਅਰ ਕਰ ਦੇਣੀਆਂ, ਜਿਹਦੇ ਵਿੱਚ ਰਾਹੁਲ ਗਾਂਧੀ ਦੀ ਨੂੰ ਮਤਲਬ ਕਿ ਵੀ ਪਾਰਲੀਮੈਂਟ ਚੋਂ ਕੱਢਣਾ ਤੱਕ ਵੀ ਸਾਰਾ ਕੁਝ ਆਵੇਗਾ। ਤੇ ਕੋਈ ਗੱਲ ਨਹੀਂ, ਆਉਣ ਤੇ ਸਾਰਾ ਉਂਝ ਤਾਂ ਇਹ ਮੌਕਾ ਦਿੰਦੇ ਨਹੀਂ ਪਾਰਲੀਮੈਂਟ 'ਚ ਕਿਸੇ ਨੂੰ ਗੱਲ ਕਰਨ ਦਾ, ਇਸ ਬਹਾਨੇ ਗੱਲ ਹੋਏਗੀ ਸਾਰੀ। ਤੇ ਇਹੀ ਹੈ ਫੋਰਮ ਜਿਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ। ਤੇ ਗੱਲ ਇਹ ਹੈ ਵੀ ਇਹ ਦੁਨੀਆ ਸਾਰੀ 'ਚ ਜਾਵੇਗਾ ਪਾਰਲੀਮੈਂਟ ਦੀ ਪ੍ਰੋਸੀਡਿੰਗ। ਤੇ ਜਿਹੜੀ ਇਹ ਹੁਣ ਨਵੀਂ ਗੱਲ ਕਰ ਰਹੇ ਆ, ਜਿੱਥੇ ਵੀ ਕੋਈ ਤਿੱਖੀ ਗੱਲ ਆਉਂਦੀ ਹੈ ਉਹਦਾ ਸਪੀਕਰ ਬੰਦ ਕਰ ਦਿੰਦੇ ਆ, ਖੜਗੇ ਦਾ ਸਪੀਕਰ ਬੰਦ ਕਰਤਾ। ਇਹੋ ਜਿਹੀਆਂ ਅਨਡੈਮੋਕ੍ਰੈਟਿਕ ਗੱਲਾਂ ਕਰਨਗੇ ਤਾਂ ਉਹ ਲੱਗਦਾ ਹੀ ਹੈ ਵੀ ਇਹ ਕਰਨਗੇ। ਡਿਕਟੇਟਰਸ਼ਿਪ ਦਾ ਦੇ ਅੰਦਾਜ਼ ਇਸੇ ਕਿਸਮ ਦੇ ਹੀ ਹੁੰਦੇ ਆ ਤੇ ਉਹ ਕਰ ਰਹੇ ਆ। ਤੇ ਇਸ ਕਰਕੇ ਮੈਨੂੰ ਡਿਵੈਲਪਮੈਂਟ ਸਾਰੀ ਬਹੁਤ ਠੀਕ ਲੱਗ ਰਹੀ ਹੈ ਤੇ ਲਾਈਨ ਖਿੱਚੀ ਜਾ ਰਹੀ ਹੈ। ਤੇ ਇਹਦੇ ਚੋਂ ਪਰਸੈਪਸ਼ਨ ਆਪੋਜੀਸ਼ਨ ਕੱਲਾ ਚੋਣਾਂ ਨਹੀਂ ਲੜ ਰਹੀ, ਹੁਣ ਉਹ ਸਿਆਸੀ ਲੈਵਲ ਉੱਤੇ ਇੱਕ ਪਰਸੈਪਸ਼ਨ, ਇੱਕ ਥਿੰਕਿੰਗ, ਇੱਕ ਆਈਡੀਓਲੋਜੀ, ਵਿਰੋਧੀ ਆਈਡੀਓਲੋਜੀ RSS ਦੀ ਉਹ ਖੜੀ ਕਰ ਰਹੀ ਹੈ। ਤੇ ਮੈਨੂੰ ਇਹ ਬਹੁਤ ਠੀਕ ਲੱਗ ਰਿਹਾ ਹੈ। ਚਾਹੁੰਦੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਸਾਰਾ ਕੁਝ ਵਾਪਰ ਰਿਹਾ ਹੈ, ਤਾਂ ਉਹ ਸਾਰੇ ਦੇ ਵਿੱਚ ਆਮ ਤੌਰ ਤੇ ਅਸੀਂ ਹਿੰਦੁਸਤਾਨ ਦਾ ਜਿਹੜਾ 1947 ਤੋਂ ਬਾਅਦ ਦਾ ਇਤਿਹਾਸ ਦੇਖਦੇ ਹਾਂ ਕਿ ਜਿਨ੍ਹਾਂ ਰਾਜਾਂ 'ਚ ਵੀ ਇਸ ਤਰ੍ਹਾਂ ਦੀ ਸਥਿਤੀ ਬਣਦੀ ਰਹੀ ਹੈ ਉੱਥੇ ਬਕਾਇਦਾ ਕੇਂਦਰ ਸਰਕਾਰ ਵੱਲੋਂ ਰਾਸ਼ਟਰਪਤੀ ਰਾਜ ਲਾਗੂ ਕਰਕੇ ਕੰਟਰੋਲ ਆਪਣੇ ਕੋਲ ਲੈ ਕੇ ਫੌਜ ਲਾਈ ਜਾਂਦੀ ਹੈ, ਹੋਰ ਪ੍ਰਬੰਧ ਕੀਤੇ ਜਾਂਦੇ ਆ। ਪਰ ਇਸ ਅਸੀਂ ਦੇਖਦੇ ਹਾਂ ਕਿ 87 ਦਿਨਾਂ ਦੇ ਅੰਦਰ ਨਾ ਤਾਂ ਉੱਥੋਂ ਦੇ ਮੁੱਖ ਮੰਤਰੀ ਨੇ ਅਸਤੀਫਾ ਦਿੱਤਾ, ਨਾ ਉੱਥੋਂ ਦੇ ਰਾਜਪਾਲ ਨੇ ਇਸ ਗੱਲ ਦੀ ਸਿਫਾਰਿਸ਼ ਕੀਤੀ ਕਿ ਇੱਥੇ ਕੀਤਾ ਜਾਵੇ। ਤੇ ਰਾਜਪਾਲ ਦੀ ਜਦੋਂ ਅਸੀਂ ਗੱਲ ਸੁਣਦੇ ਹਾਂ ਜਿਹੜੀ ਉਹਨਾਂ ਦੀ ਇੰਟਰਵਿਊ ਹੈ, ਤਾਂ ਉਹਦੇ ਤੋਂ ਇਦਾਂ ਲੱਗਦਾ ਕਿ ਜਿਵੇਂ ਉਹ ਬੇਵਸੀ ਦੀ ਹਾਲਤ ਵਿੱਚ ਆ ਉੱਥੇ, ਕਿ ਉਹ ਸਾਰਾ ਕੁਝ ਤੋਂ ਉਹਨਾਂ ਦੇ ਅਸਰ ਤਾਂ ਉਹਦੇ ਤੇ ਹੋ ਰਿਹਾ ਸਾਰੇ ਕੁਝ ਦਾ, ਕਿ ਬਹੁਤ ਮਾੜਾ ਹੋ ਰਿਹਾ ਰਾਜ ਦੇ ਵਿੱਚ, ਪਰ ਉਹ ਕਰ ਨਹੀਂ ਕੁਝ ਪਾ ਰਿਹਾ। ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ? ਇਹ ਗੱਲ ਨਹੀਂ ਹੈ ਜੰਡੂ ਸਾਹਿਬ ਕਿ ਉਹ ਕੁਝ ਕਰ ਨਹੀਂ ਪਾ ਰਹੇ। ਉਹਨਾਂ ਨੇ ਇੱਕ ਆਪਣੀ ਲਾਈਨ ਫਿਕਸ ਕਰ ਲਈ ਹੋਈ ਆ ਕਿ ਦੇਸ਼ ਨੂੰ ਕਿਸ ਪਾਸੇ ਨੂੰ ਲੈ ਕੇ ਜਾਣਾ। ਜਦੋਂ ਵੀ ਕਿਤੇ ਇਹੋ ਜਿਹੀ ਕੋਈ ਘਟਨਾ ਵਾਪਰਦੀ ਆ, ਉਹ ਉਸ ਨੂੰ ਰੋਕਣ ਦਾ ਉਹਨਾਂ ਦਾ ਪਲਾਨ ਨਹੀਂ ਹੈ, ਉਹਨਾਂ ਦੀ ਉਹਦੇ 'ਚ ਸਟ੍ਰੈਟਜੀ 'ਚ ਠੀਕ ਨਹੀਂ ਬੈਠਦਾ। ਉਹਨੂੰ ਅੱਗੇ ਵਧਾਉਣਾ ਹੀ ਠੀਕ ਬੈਠਦਾ। ਇੱਕ ਘਟਨਾ ਥੋੜ੍ਹਾ ਵਾਪਰੀ ਆ, ਇਸ ਤਰ੍ਹਾਂ ਦੀਆਂ ਹੀ ਘਟਨਾ ਦੀ ਇੱਕ ਲੰਬੀ ਲਿਸਟ ਹੈਗੀ ਆ, ਜਿਹੜੀ ਉੱਥੋਂ ਸ਼ੁਰੂ ਹੋ ਜਾਂਦੀ ਆ ਆਪਣਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਛੋਟੀ ਕਠੂਆ ਤੋਂ ਸ਼ੁਰੂ ਹੋ ਜਾਂਦੀ ਆ। ਔਰ ਤੁਸੀਂ 1 2 3 4 5 ਸਾਰੀਆਂ ਇੱਕੋ ਹੀ ਤਰ੍ਹਾਂ ਦੀਆਂ ਘਟਨਾਵਾਂ ਹੈਗੀਆਂ। ਫਿਰ ਉਹਨਾਂ ਨੂੰ ਕੋਈ ਸਜ਼ਾ ਦੇਣ ਦੀ ਬਜਾਏ ਇਹਨਾਂ ਦੀ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਡਰ ਹੈਗੇ ਆ, ਉਹ ਦੋਸ਼ੀਆਂ ਨੂੰ ਬਚਾਉਣ ਤੇ ਲੱਗੇ ਰਹਿੰਦੇ ਆ। ਹੁਣ ਸਰਕਾਰ ਵੀ ਬਚਾਉਣ ਤੇ ਲੱਗੀ ਹੋਈ ਆ। ਇਸ ਕਰਕੇ ਇਹ ਨਹੀਂ ਹੈ ਕਿ ਵੀ ਉਹ ਪਹਿਲਾਂ ਆਜ਼ਾਦੀ ਤੋਂ ਬਾਅਦ ਦੀਆਂ ਬਹੁਤ ਸਾਰੀਆਂ ਘਟਨਾਵਾਂ, ਈਵਨ ਮਨਮੋਹਨ ਸਿੰਘ ਦੇ ਟਾਈਮ ਦੇ ਉੱਤੇ ਵੀ ਇਹੋ ਜਿਹੀ ਘਟਨਾ ਜਿਹੜੀ ਦਿੱਲੀ ਦੇ ਵਿੱਚ ਵਾਪਰੀ ਸੀਗੀ, ਲੜਕੀ ਨੂੰ ਜਿਸ ਤਰ੍ਹਾਂ ਉੱਥੇ ਰੇਪ ਕੀਤਾ ਗਿਆ, ਨਿਰਭਇਆ ਨੂੰ ਉਹਨੂੰ ਇਲਾਜ ਕਰਾਉਣ ਦੇ ਲਈ ਸਿੰਗਾਪੁਰ ਵੀ ਭੇਜਿਆ ਗਿਆ। ਫਿਰ ਉਹ ਨਹੀਂ ਬਚ ਸਕੀ, ਆਏ ਉਹ ਆਪ ਪ੍ਰਧਾਨ ਮੰਤਰੀ ਵੀ ਗਏ, ਸੋਨੀਆ ਗਾਂਧੀ ਵੀ ਗਏ, ਸਾਰੇ ਜਾ ਕੇ ਉੱਥੇ ਸ਼ਾਮਲ ਹੋ ਕੇ ਔਰ ਅਫਸੋਸ ਪ੍ਰਗਟ ਕੀਤਾ। ਜਦੋਂ ਉਹਨਾਂ ਦੀ ਜਿਹੜੀ ਹੈਲਪ ਵੀ ਕੀਤੀ ਰਾਹੁਲ ਗਾਂਧੀ ਨੇ, ਉਹ ਰਾਹੁਲ ਗਾਂਧੀ ਨੇ ਨਹੀਂ ਕਲੇਮ ਨਹੀਂ ਕੀਤਾ ਕਿ ਮੈਂ ਉਹਦੀ ਹੈਲਪ ਕੀਤਾ, ਪ੍ਰਚਾਰ ਨਹੀਂ ਕੀਤਾ ਉਹਨੇ ਉਹਦਾ। ਇਹ ਤਾਂ ਉਹਦੇ ਪੇਰੈਂਟਸ ਨੇ ਦੱਸਿਆ ਕਿ ਜੀ ਉਹਨੂੰ ਜਾਣੀ ਇੱਕ ਸਰਵਿਸ। ਮੈਂ ਕਹਿਣ ਤੋਂ ਮੇਰਾ ਮਤਲਬ ਕਿ ਇੱਕ ਐਟੀਟਿਊਡ ਹੁੰਦਾ ਆ, ਇੱਕ ਰਵੱਈਆ ਹੁੰਦਾ ਕਿਸੇ ਸਮੱਸਿਆ ਪ੍ਰਤੀ, ਕਿਸੇ ਬੰਦੇ ਪ੍ਰਤੀ, ਉਹ ਜਿਹੜਾ ਨਾ ਉਹ ਬਿਲਕੁਲ ਉਲਟੇ ਪਾਸੇ ਨੂੰ ਲਿਜਾਣ ਵਾਲਾ ਹੈਗਾ। ਇਸ ਕਰਕੇ ਉਸ ਡਾਇਰੈਕਸ਼ਨ 'ਚ ਹੀ ਜਾ ਰਹੇ ਆ। ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਇਹ ਪਾਰਲੀਮੈਂਟ ਦੇ ਵਿੱਚ ਜੋ ਕੁਝ ਵਾਪਰਿਆ, ਸਿਮਰਤੀ ਇਰਾਨੀ ਨਾਲ ਤੁਸੀਂ ਦੇਖੋ ਕਿੱਦਾਂ ਬੋਲੀ, ਕਿੱਦਾਂ ਜਾਣੀ ਜਿਹੜੇ ਦੂਜੇ ਕੋ ਹੋਰ ਬੋਲਦੇ ਆ। ਪ੍ਰਧਾਨ ਮੰਤਰੀ ਨੇ ਇੱਕ ਗੱਲ ਕਹਿ ਦਿੱਤੀ ਹੈ ਨਾ, ਉਹਦੇ ਪਿੱਛੇ ਫਿਰ ਨਾ ਸਾਰੇ ਦਗੜ, ਚਾਹੇ ਉਹ ਚੀਫ ਮਿਨਿਸਟਰ ਹੈਗੇ, ਚਾਹੇ ਮੰਤਰੀ ਹੈ, ਚਾਹੇ ਸਾਂਸਦ ਹੈਗੇ ਆ, ਸਾਰੇ ਹੀ ਬੋਲਣੇ ਸ਼ੁਰੂ ਕਰ ਦਿੰਦੇ। ਜਾਣੀ ਸਾਰੀ ਦੀ ਸਾਰੀ ਪਾਰਟੀ ਦੀ ਸਾਰੀ ਲੀਡਰਸ਼ਿਪ ਹੈ ਜਿਹੜੀ, ਉਹ ਤਕਰੀਬਨ ਪ੍ਰਵੋਕ ਹੋਈ ਪਈ ਆ
ਔਰ ਉਹ ਉਹਨਾਂ ਨੂੰ ਆਪ ਹੀ ਨਹੀਂ ਸਮਝ ਲੱਗਦੀ ਕਈ ਵਾਰੀ ਵੀ ਉਹ ਕੀ ਕਹੀ ਜਾਂਦੇ। ਸਿਮਰਤੀ ਇਰਾਨੀ ਨੂੰ ਮੇਰਾ ਨਹੀਂ ਖਿਆਲ ਪਤਾ ਹੋਵੇ ਕਿ ਉਹ ਕੀ ਬੋਲੀ, ਔਰ ਉਹ ਜੋ ਕੁਝ ਬੋਲੀ ਆ ਨਾ ਉਹ ਬਿਲਕੁਲ ਹੀ ਬਹੁਤ ਹੀ ਜਾਣੀ ਗਲਤ ਸੀ। ਜਿਹੜਾ ਪਾਰਲੀਮੈਂਟ ਦੇ ਵਿੱਚ ਇਹੋ ਜਿਹੀ ਉਮੀਦ ਨਹੀਂ ਰੱਖੀ ਜਾ ਸਕਦੀ, ਜਾਣੀ ਪ੍ਰੋਵੋਕੇਸ਼ਨ ਦੇ ਵਿੱਚ ਹੋ ਰਹੀ ਆ ਜੋ ਕੁਝ ਹੋਣ ਵਾਲਾ ਨਾ, ਜੋ ਹੁੰਦਾ, ਜੋ ਇਲੈਕਸ਼ਨਾਂ ਦੇ ਨੇੜੇ ਜਾ ਕੇ ਜਿੱਦਾਂ ਦੀਆਂ ਸਟੈਪ ਲਏ ਜਾਂਦੇ ਆ, ਉਹਨਾਂ ਚੋਂ ਇੱਕ ਇਹ ਵੀ ਹੁੰਦਾ ਹੈ ਕਿ ਕਈ ਵਾਰੀ ਮੰਤਰੀ ਮੰਡਲ ਦੀ ਰੀਸ਼ਫਲਿੰਗ ਕੀਤੀ ਜਾਂਦੀ। ਉਹ ਕਿਤੇ ਹੁਣ ਕਈ ਤਾਂ ਇਸ ਕਰਕੇ ਹੀ ਅੱਗੇ ਹੋ ਜਾਣੀ ਬੋਲੀ ਜਾਂਦੇ ਆ ਜਿਨ੍ਹਾਂ ਨੂੰ ਇਹ ਖਤਰਾ ਕਿ ਮੇਰੀ ਮੰਤਰੀਸ਼ਿਪ ਨਾ ਚਲੀ ਜਾਵੇ, ਜਾਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਮੈਨੂੰ ਮਿਲ ਸਕਦੀ ਆ। ਉਹਨਾਂ ਦਾ ਆਪਣਾ ਐਂਗਲ ਹੀ ਵੱਖਰਾ ਆ, ਲੇਕਿਨ ਉਹ ਬੋਲਦੇ ਉਸੇ ਹੀ ਡਾਇਰੈਕਸ਼ਨ 'ਚ ਜਾ ਰਹੇ ਆ ਜਿਹੜੀ ਡਾਇਰੈਕਸ਼ਨ ਇਹਨਾਂ ਨੇ ਸੈੱਟ ਕੀਤੀ ਹੋਈ ਆ, ਜਿਹੜੀ ਉਹਨਾਂ ਦੇ ਵਿਚਾਰਧਾਰਾ ਦੇ ਅਨੁਕੂਲ ਬੈਠਦੀ ਆ। ਸੋ ਇੱਕ ਤਾਂ ਇਹ ਸਾਨੂੰ ਜਿਹੜਾ ਨਾ ਉਹ ਜੋ ਕੁਛ ਨਜ਼ਰ ਆ ਰਿਹਾ ਦੀ ਦੂਸਰੀ ਗੱਲ ਇਹ ਆ ਕਿ ਉਹ ਬਜ਼ਿੱਦ ਹੈਗੇ ਇਸ ਗੱਲ ਦੇ ਉੱਤੇ ਕਿ ਜੋ ਵੀ ਮਰਜ਼ੀ ਹੋ ਜਾਵੇ ਰਾਜ ਨਹੀਂ ਹੱਥੋਂ ਜਾਣ ਦੇਣ, ਔਰ ਉਹਦੇ ਵਿੱਚ ਜੋ ਵੀ ਉਹ ਕਰ ਸਕਦੇ ਆ ਉਹ ਕਰਨਗੇ। ਹੁਣ ਇਹ ਆ ਕਿ ਆ ਜਿਹੜੇ ਦਿਨ 45 ਮਿਲ ਗਏ ਆ ਨਾ ਈਡੀ ਦੇ ਡਾਇਰੈਕਟਰ ਨੂੰ, 45 ਦਿਨ ਲੈ ਕਿਸੇ ਨਾ ਕਿਸੇ ਤਰ੍ਹਾਂ ਇੱਕ ਵਾਰੀ ਤਾਂ ਕਹਿ, ਹੁਣ ਉਹ 45 ਦਿਨਾਂ ਦੀ ਸਭ ਨੂੰ ਲੱਗਦਾ ਕਿ ਕੀ ਕੀਤਾ ਜਾਏਗਾ। ਸਭ ਨੂੰ ਇਹ ਲੱਗੀ ਜਾਂਦਾ ਕਿ ਹੁਣ ਇਹਨਾਂ ਨੇ ਜਿੰਨੀ ਆਪੋਜੀਸ਼ਨ ਦੀ ਲੀਡਰਸ਼ਿਪ ਹੈ ਨਾ ਉਹਨੂੰ ਚੱਕ ਕੇ ਅੰਦਰ ਦੇ ਦੇਣਾ ਕਿਸੇ ਨਾ। ਇੱਕ ਪਾਸੇ ਤਾਂ ਲੋਕ ਹਾਹਾਕਾਰ ਮਚੀ ਹੋਈ ਆ ਵੀ ਇਹ ਕੀ ਹੋ ਰਿਹਾ, ਔਰ ਮਨੀਪੁਰ ਜਿਹੜਾ ਉਹ ਅੱਗ ਦੀ ਲਪੇਟ 'ਚ ਆਇਆ ਹੋਇਆ, ਜਿਹੜੀ ਔਰਤਾਂ ਦੀ ਅਜ਼ਮਤ ਹੈਗੀ ਆ ਉਹ ਮਿੱਟੀ 'ਚ ਮਿਲ ਗਈ ਹੋਈ ਆ। ਪ੍ਰਧਾਨ ਮੰਤਰੀ ਲਾਲ ਕਿਤਾਬ ਦੀਆਂ ਗੱਲਾਂ ਕਰੀ ਜਾਂਦੇ ਆ, ਉਹ ਕਹਿੰਦੇ ਲਾਲ ਡਾਇਰੀ ਸਾਡੇ ਹੱਥ ਲੱਗ ਗਈ ਆ। ਯਾਨੀ ਮੈਂ ਇਸ ਹੀ ਨਜ਼ਰੀਏ ਤੋਂ ਗੱਲ ਕਰ ਕਿ ਜਦੋਂ ਇਹਦੇ ਤੇ ਬਹਿਸ ਹੁਣ ਪਾਰਲੀਮੈਂਟ 'ਚ ਹੋਏਗੀ ਨਾ ਉਹਦੇ ਵਿੱਚ ਇਸ਼ੂਜ਼ ਇਹ ਨਹੀਂ ਕਿ ਆਪੋਜੀਸ਼ਨ ਕਿਹੜੇ ਇਸ਼ੂ ਲਿਆ, ਆਪੋਜੀਸ਼ਨ ਸਾਰੇ ਇਸ਼ੂ ਲਿਆਵੇ ਕਿ ਕਿੱਥੇ ਗਏ ਉਹ 15 ਲੱਖ ਰੁਪਈਆ, GST ਦਾ ਕੀ ਬਣਿਆ, ਕਾਲਾ ਧਨ ਕਿੱਥੇ ਆ, ਨੌਕਰੀਆਂ ਕਿੱਥੇ ਆ, ਹਨਾ ਉਹ ਸਾਰਾ ਕੁਝ ਝੂਠ ਬੋਲਿਆ ਬਾਹਰ ਜਾ ਕੇ, ਸਾਰਾ ਕੁਝ ਆਉਣਾ ਚਾਹੀਦਾ ਆ। ਲੇਕਿਨ ਜਿਹੜਾ ਜਵਾਬ ਆਏਗਾ ਨਾ, ਮੈਂ ਤਾਂ ਉਹਦੀ ਗੱਲ ਕਰ ਰਿਹਾ ਵੀ ਉਹ ਜਵਾਬ ਦੇ ਵਿੱਚ ਕੀ ਕੁਝ ਆਏਗਾ ਲਾਲ ਕਿਤਾਬ ਤੋਂ ਜਿਹੜਾ ਨਾ ਉਹ ਸਾਹਮਣੇ ਆ ਜਾਂਦਾ ਹੈਗਾ ਵੀ ਕਿਹੜੇ ਇਸ਼ੂ ਜਿਹੜੇ ਜਵਾਬ ਉਹ ਨਹੀਂ ਦਿੱਤੇ ਜਾਣਗੇ, ਜਿਹੜਾ ਸਵਾਲ ਉਠਾਏ ਜਾਣਗੇ ਜਵਾਬ ਉਹ ਦਿੱਤੇ ਜਾਣਗੇ ਜਿਹੜੇ ਲੋਕਾਂ ਨੂੰ ਕਨਫਿਊਜ਼ ਕਰਨ ਵਾਲੇ ਹੋਣਗੇ, ਜਿਨ੍ਹਾਂ ਦਾ ਕੋਈ ਤਾਲੁਕ ਨਹੀਂ ਹੋਊਗਾ ਸਵਾਲਾਂ ਦੇ ਨਾਲ। ਜਦੋਂ ਆਪੋਜੀਸ਼ਨ ਸਵਾਲ ਉਠਾਏਗੀ, ਆਪੋਜੀਸ਼ਨ ਦੇ ਲੀਡਰ ਸਵਾਲ, ਮੈਂ ਇਸ ਐਂਗਲ ਤੋਂ ਗੱਲ ਕੀਤੀ ਜੋ ਮੈਂ ਸਮਝਦਾ ਜੰਡੂ ਸਾਹਿਬ ਜਿੱਥੇ ਹੁਣ ਇਹ ਪਹੁੰਚ ਗਿਆ ਹੋਇਆ, ਚਲੋ ਕਿ ਪ੍ਰਧਾਨ ਮੰਤਰੀ ਆਉਂਦਾ ਕਿੱਦਾਂ ਨਹੀਂ, ਹੁਣ ਏਦਾਂ ਸੱਦਾਂਗੇ, ਆਹ ਤਰੀਕਾ ਅਪਣਾਵਾਂਗੇ, ਸੱਦ ਕੇ ਅੰਦਰ ਨਤੀਜਾ ਕੀ ਨਿਕਲੂਗਾ ਆਪਾਂ ਇਹਦੇ 'ਚ ਨਾ ਜਾਈਏ। ਜੋ ਲੋੜ ਹੈ ਨਾ ਕਰਨ ਦੀ, ਹੁਣ ਸਿਰਫ ਜੋ ਕਰ ਸਕਦਾ ਨਾ ਉਹ ਦੇਖਦੇ ਹੁਣ ਲੋਕ ਹੀ ਕਰ ਸਕਦੇ ਆ। ਸਰਕਾਰ ਨੇ ਜੋ ਕਰਨਾ ਸੀਗਾ ਨਾ ਉਹ ਸਾਡੇ ਸਾਹਮਣੇ ਆ, ਔਰ ਉਹਨਾਂ ਨੇ ਕੀ ਕਰਨਾ ਹੈਗਾ ਉਹ ਵੀ ਸਾਡੇ ਸਾਹਮਣੇ ਆ। ਇਸ ਕਰਕੇ ਹੁਣ ਆਪੋਜੀਸ਼ਨ ਜਿਹੜੀ ਆ ਉਹਨਾਂ ਕੋਲ ਹੋਰ ਕੋਈ ਤਰੀਕਾ ਨਹੀਂ ਰਹਿ ਗਿਆ ਕਿ ਉਹ ਸਿੱਧਾ ਹੁਣ ਲੋਕਾਂ ਦੇ ਵਿੱਚ ਜਾਣ ਔਰ ਉੱਥੇ ਆਪਣੀ ਗੱਲ ਰੱਖਣ। ਇਹ ਲੋਕ ਇਹਨਾਂ ਨੂੰ ਪੁੱਛਣਗੇ ਕਿ ਹੁਣ ਸਾਨੂੰ ਜਵਾਬ ਦਿਓ, ਆਪੋਜੀਸ਼ਨ ਨੂੰ ਤਾਂ ਤੁਸੀਂ ਨਹੀਂ ਦਿੰਦੇ, ਸਾਨੂੰ ਜਵਾਬ ਦਿਓ ਹੁਣ ਜਿਹੜਾ ਅਸੀਂ ਕਰਦੇ। ਤੇ ਸਿੱਧੂ ਸਾਹਿਬ ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ ਕਿ ਹੁਣ ਲੋਕਾਂ ਕੋਲ ਜਾਣ ਦਾ ਵੇਲਾ ਆ ਗਿਆ ਕਿ ਲੋਕ ਇਹਨਾਂ ਨੂੰ ਪੁੱਛਣ ਕਿ ਤੁਸੀਂ ਕੀ ਕਰ ਰਹੇ ਹੋ। ਤੇ ਅਸੀਂ ਦੇਖਦੇ ਹਾਂ ਕਿ ਜਿੱਥੇ ਇਹ ਸਾਰਾ ਕੁਝ ਦੇਸ਼ ਇਹਨੇ ਮਣੀਪੁਰ ਬਾਰੇ ਚਿੰਤਤ ਹੈ, ਇਦਾਂ ਦੀਆਂ ਹੋਰ ਘਟਨਾਵਾਂ ਬਾਰੇ ਚਿੰਤਤ ਹੈ, ਅੰਤਰਰਾਸ਼ਟਰੀ ਭਾਈਚਾਰਾ ਚਿੰਤਤ ਹੈ, ਪਰ ਨਰਿੰਦਰ ਮੋਦੀ ਹੋਣੀ ਰਾਜਸਥਾਨ 'ਚ ਜਾ ਕੇ ਜਿਹੜੀ ਗੱਲ ਚਾਨਾ ਜੀ ਨੇ ਕੀਤੀ ਆ ਉਹ ਚੋਣ ਜਿਹੜੀ ਆ ਮੁਹਿੰਮ ਦੇ ਵਿੱਚ ਰੁੱਝੇ ਹੋਏ ਆ ਤੇ ਲਾਲ ਡਾਇਰੀਆਂ ਦੀ ਗੱਲ ਕਰ ਰਹੇ, ਉਹਨਾਂ ਤੇ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਦਾ ਕੋਈ ਅਸਰ ਹੀ ਨਹੀਂ ਹੈ। ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਚਾਣਾ ਜੀ ਨੇ ਠੀਕ ਕਿਹਾ ਵੀ ਐਕਚੁਅਲੀ ਤਾਂ ਲੋਕਾਂ ਕੋਲੇ ਜਾਣ ਦਾ ਸਮਾਂ ਬਹੁਤ ਥੋੜਾ ਰਹਿ ਗਿਆ। ਇਲੈਕਸ਼ਨ ਕੰਪੇਨ ਸ਼ੁਰੂ ਹੋ ਗਈ ਹੈ। ਜਿਹੜਾ ਪ੍ਰਾਈਮ ਮਿਨਿਸਟਰ ਦੀ ਰਾਜਸਥਾਨ 'ਚ ਬੋਲਦਾ ਉਹ ਇਲੈਕਸ਼ਨ ਕੰਪੇਨ ਦਾ ਹੀ ਪਾਰਟ ਹੈ, ਉਹਨੇ ਸ਼ੁਰੂ ਕਰਤੀ ਆ ਸਾਰੀ। ਤੇ ਇਹ ਲੋਕਾਂ ਨੂੰ ਡਿਵਾਈਡ ਕਰਨਾ ਵੀ ਇਲੈਕਸ਼ਨ ਕੰਪੇਨ ਦਾ ਹਿੱਸਾ ਸੀ। ਪਰ ਸਾਨੂੰ ਥੋੜਾ ਜਿਹਾ ਬੇਸ ਦੇਖਣਾ ਪਊ ਵੀ ਹਜੇ ਵੀ ਜਿਹਦੇ ਵੱਲ ਸੰਕੇਤ ਕੀਤਾ ਚਾਣਾ ਜੀ ਨੇ, ਇਹ ਹਜੇ ਵੀ ਬਹੁਤ ਵੱਡੇ ਚਾਂਸ ਪਏ ਆ ਵੀ ਕੋਈ ਨਾ ਕੋਈ ਮਿਸਚਿਫ, ਕੋਈ ਨਾ ਕੋਈ ਸ਼ਰਾਰਤ ਵੱਡੀ, ਕੋਈ ਨਾ ਕੋਈ ਡਿਕਟੇਟਰਸ਼ਿਪ ਵਾਲਾ ਜਿਹੜਾ ਇੱਕ ਰੋਲ ਹੁੰਦਾ, ਜਿਹੜਾ ਬਿਲਕੁਲ ਨੰਗਾ ਚਿੱਟਾ ਰੋਲ ਹੁੰਦਾ, ਉਹ ਦਿਖਾਇਆ ਜਾਵੇਗਾ। ਚਾਂਸ ਹੈ ਕਿਉਂਕਿ ਇਹਨਾਂ ਨੇ ਦਿਖਾਇਆ ਵਾਰੀ-ਵਾਰੀ। RSS ਹੁਣ 25 'ਚ ਬਣੀ ਸੀ ਤੇ ਕਾਂਗਰਸ ਇੱਕ ਪਲੇਟਫਾਰਮ ਸੀ, ਇੱਕ ਪਾਰਟੀ ਤਾਂ ਹੈ ਨਹੀਂ ਸੀ। ਸਾਰੇ ਕਿਸਮ ਦੇ ਸੋਸ਼ਲਿਸਟ ਤੇ ਤਿਲਕਧਾਰੀ ਸਾਰੇ ਉੱਥੇ ਬੰਦੇ ਸੀਗੇ, ਵਿਚਾਰਧਾਰਾ ਦੇ ਲੋਕ ਉਹਦੇ ਵਿੱਚ, ਵਿਚਾਰਧਾਰਾ ਉਹਦੀ ਇੱਕ ਤਾਂ ਹੈ ਨਹੀਂ ਸੀ। ਉੱਥੇ ਉਹੀ ਕਾਂਗਰਸ ਸੀ ਜਿਹਨੇ 49 'ਚ ਹੀ
ਜੋ ਪਾਵਰ ਹੁੰਦੇ ਹੀ ਨੰਜਾ ਜੀ ਸਾਰਾ ਬਾਬਰੀ ਮਸਜਿਦ ਵਿੱਚ ਦੇ ਦਰਵਾਜ਼ੇ ਖਿਲਾਤੇ, ਮੂਰਤੀ ਸਥਾਪਤਾ ਕਰਾਤੀ, ਸ਼ੁਰੂ ਉਦੋਂ ਤੋਂ ਹੀ ਕਰਤਾ। ਤੇ ਉਹਨਾਂ ਨੇ ਗਾਂਧੀ ਦੀ ਅਸੈਸੀਨੇਸ਼ਨ ਵੀ ਕਰਤੀ। ਉਹ ਜਿਹੜੀ ਸਟਰੀਕ ਹੈ, ਉਹ ਜਿਹੜੀ ਆ ਹੁਣ ਫੁੱਲ ਫਲੈਡ RSS ਲੈਵਲ ਤੇ ਫੈਲੀ ਹੋਈ ਹੈ, ਰਾਸ਼ਟਰ ਦੇ ਲੈਵਲ ਤੇ। ਹੁਣ ਉਹਨੂੰ ਪਤਾ ਵੀ ਉਹ ਇਸ ਕਿਸਮ ਮਤਲਬ ਉਹ ਤੁਹਾਡਾ ਕਹਿੰਦਾ ਬਾਬਾ ਉਹਦਾ ਫੁੱਲ ਪ੍ਰਗਟਾਵਾ ਹੋ ਰਿਹਾ ਹੁਣ ਪੂਰੇ ਰੂਪ ਪ੍ਰਗਟਾਵਾ ਹੋਣ ਦੇ ਸ਼ੰਕੇ ਹੈਗੇ ਆ, ਜਿਹਦੇ ਵੱਲੇ ਇਸ਼ਾਰਾ ਕੀਤਾ ਹੈ। ਇਹ ਹੈਗੇ ਆ ਵੀ ਸ਼ੇਰ ਦੀ ਸਵਾਰੀ ਕੀਤੀ, ਸ਼ੇਰ ਤੋਂ ਉੱਤਰ ਜਾਣਗੇ ਤਾਂ ਮਾਰੇ ਜਾਣਗੇ। ਹੁਣ ਸ਼ੇਰ ਦੀ ਸਵਾਰੀ ਕਰੀ ਬੈਠਿਆ, ਕੁਝ ਵੀ ਕਰ ਸਕਦੇ ਇਹਨਾਂ ਦਿਨਾਂ ਦੇ ਵਿੱਚ। ਇਲੈਕਸ਼ਨ ਹੋਵੇ ਨਾ ਹੋਵੇ, ਕੋਈ ਹੋਰ ਵੱਡਾ ਕੁਝ ਕੀਤਾ ਜਾਵੇ, ਇਸ ਕਿਸਮ ਦੀ ਸਥਿਤੀ ਵੱਲ ਦੇਸ਼ ਵੱਧ ਰਿਹਾ ਹੈ। ਤੇ ਬਚਤ ਰਹੇ ਜੇ ਤਾਂ ਚੰਗੀ ਗੱਲ ਹੈ। ਹਜੇ ਕਿਉਂ ਇੰਦਰਾ ਗਾਂਧੀ ਵੇਲੇ ਬਚਤ ਰਹਿ ਗਈ ਸੀ, ਉਹਨੇ ਇਲੈਕਸ਼ਨ ਕਰਵਾਤੀ ਸੀ, ਪਤਾ ਨਹੀਂ ਕਿਸ ਪ੍ਰਭਾਵ ਥੱਲੇ, ਕਿੰਨੀਆਂ ਸਥਿਤੀਆਂ ਥੱਲੇ ਉਹਨੇ ਇਲੈਕਸ਼ਨ ਕਰਵਾ ਲਈ ਸੀ ਤੇ ਹਾਰ ਵੀ ਗਈ ਸੀ। ਇਹਨਾਂ ਨੂੰ ਹਾਰ ਝੱਲਣੀ ਕਿਤੇ ਸੌਖੀ ਥੋੜਾ ਹੋਏਗੀ, ਕਿਉਂਕਿ ਇਹ ਇੱਕ ਆਈਡੀਓਲੋਜੀਕਲ ਪਲੈਂਕ ਹੈ। ਉਹਦੇ ਵਿੱਚ ਆਈਡੀਓਲੋਜੀਕਲ ਦੇ ਪਲੱਸ ਉਹਦੇ ਕੋਲੇ ਹਜੇ ਵੀ ਰਾਜ ਕਰਨ ਦਾ ਵੱਡਾ ਰੌਲਾ ਸੀ ਸਾਰਾ, ਵੀ ਸੱਤਾ 'ਚ ਕਿਵੇਂ ਰਹਿਣਾ। ਇਹਨਾਂ ਦੇ ਸੱਤਾ ਨਾਲੋਂ ਵੱਡੇ ਮਨਸੂਬੇ ਹੈ। ਸੱਤਾ ਤੋਂ ਨਾਲੋਂ ਦੇਸ਼ ਦੀ ਸਾਰੀ ਪੋਲੀਟਿਕਸ ਦੀ ਤੇ ਜਾਂ ਉਹਦੀ ਪੋਲੀਟਿਕਸ ਦੀ ਨੇਚਰ ਚੇਂਜ ਕਰ ਦੇਣੀ ਹੈ ਇਹਨੇ। ਤੇ ਇਸ ਕਰਕੇ ਮੈਨੂੰ ਵੀ ਡਰ ਹੈ ਬਹੁਤ ਵੱਡਾ ਵੀ ਹੋ ਸਕਦਾ ਹੈ ਕੋਈ ਈਡੀ ਕੁਛ ਕਰਦੇ ਤੇ ਜਾਂ ਇਹ ਸਾਰਾ ਕੁਛ ਉਸ ਕਿਸਮ ਦਾ ਹੀ ਬੰਬਾਸਟਿਕ ਜਾਂ ਉਸ ਕਿਸਮ ਦਾ ਬੜਾ ਧਮਾਕੇਦਾਰ ਕਰ ਦੇਣ, ਜਿਵੇਂ ਗਾਂਧੀ ਦੇ ਅਸੈਸੀਨੇਸ਼ਨ ਤੱਕ ਹੋ ਗਿਆ ਸੀਗਾ, ਬਾਬਰੀ ਮਸਜਿਦ ਦੇ ਖੋਲ੍ਹਣ ਤੱਕ ਹੋ ਗਿਆ। ਇਹ ਸਾਰੀਆਂ ਦੀ ਲੜੀ ਹਜੇ ਤੱਕ ਚੱਲੀ ਆਉਂਦੀ ਹੈ। ਉਹੀ ਬੰਦੇ, ਉਸ ਕਿਸਮ ਦੀ ਥਿੰਕਿੰਗ ਸਾਰੀ ਜਿਹੜੀ ਪਹਿਲਾਂ ਕਾਂਗਰਸ ਵਿੱਚ ਖੜੀ ਸੀਗੀ, ਹੁਣ ਸਿੱਧੀ ਸਪਸ਼ਟ ਰੂਪ 'ਚ BJP ਨਾਲ ਹੈ। ਤੇ ਇਸ ਕਰਕੇ ਵੀ ਇਹ ਖਤਰੇ ਦਾ ਹੈ। ਇੱਕ ਖਤਰਾ ਹੋਰ ਹੈ ਜਿਹੜਾ ਕਿ ਮੈਂ ਸ਼ਾਰਟ ਕਹਿਣਾ ਚਾਹੁੰਦਾ, ਵੀ ਜਿਸ ਕਿਸਮ ਦਾ ਨਾਰਥ ਈਸਟ ਵਿੱਚ ਖਿਲਰ ਰਿਹਾ ਸਿਸਟਮ, ਵੀ ਕੁੱਕੀ ਹੈ ਜਿਹੜੇ, ਤੇ ਉਹਨਾਂ ਦੀ ਸਪੋਰਟ ਵਿੱਚ ਮਿਜ਼ੋਰਮ ਖੜਾ ਹੈ, ਤੇ ਉਹਨਾਂ ਦੀ ਸਪੋਰਟ ਵਿੱਚ ਅਸਾਮ ਰਾਈਫਲ ਵੀ ਖੜਾ ਹੈ। ਤੇ ਜਿਹੜਾ ਜਿਹਦੀ ਡਿਊਟੀ ਲਾਈ ਸੀ ਹੋਮ ਮਿਨਿਸਟਰ ਨੇ ਜਾ ਕੇ ਉੱਥੇ, ਵੀ ਅਸਾਮ ਦੇ ਚੀਫ ਮਿਨਿਸਟਰ ਦੀ, ਵੀ ਤੂੰ ਹੁਣ ਸਾਰਾ ਰੋਲ ਕਰ, ਉਹ ਬਿਲਕੁਲ ਫੇਲ ਹੋ ਗਿਆ ਸਾਰਾ ਕੁਝ। ਉਹਦੀ ਚਿੱਠੀ ਵੀ ਜ਼ਾਹਰ ਹੋ ਗਈ ਵੀ ਉਹ ਅੰਦਰੋਂ ਅੰਦਰ ਹੀ ਕੁੱਕੀ ਨਾਲ ਉਹਨਾਂ ਦੀ 2017 ਦੇ ਵਿੱਚ ਸਮਝੌਤੇ ਹੋਏ ਹੋਏ ਸੀ। ਇਸ ਕਰਕੇ ਬਹੁਤ ਕੰਪਲੀਕੇਟਡ ਤੇ ਬੜੀ ਗੁੰਝਲਦਾਰ ਪਿਕਚਰ ਹੈ, ਤੇ ਇਹ ਸਾਰਾ ਖਿੱਤਾ ਹੀ ਹਿੱਲਿਆ ਪਿਆ ਹੈਗਾ। ਤੇ ਇਸ ਕਰਕੇ ਇਹਨਾਂ ਤੋਂ ਵੀ ਕਈ ਗੱਲਾਂ ਜੇ ਨਾ ਛੇਤੀ ਹੋਈਆਂ ਤਾਂ ਬਾਹਰ ਵੀ ਨਿਕਲ ਸਕਦੀਆਂ। ਇਸ ਕਰਕੇ ਇੱਕੋ ਇੱਕ ਤਰੀਕਾ ਇਹ ਹੈ, ਦੇਸ਼ ਨੂੰ ਰਹਿ ਸਕਦਾ, ਬਚ ਸਕਦਾ। ਡੈਮੋਕ੍ਰੇਸੀ ਇਕੱਲੀ ਨਹੀਂ ਬਚਣੀ, ਦੇਸ਼ ਦਾ ਬਚਣ ਦਾ ਹੁਣ ਇੱਥੇ ਇੱਕ ਦੇਸ਼ ਦੇ ਰਹਿਣ ਦਾ ਵੀ ਇਹ ਜਿਹੇ ਖਤਰੇ ਵੀ ਸਾਰੇ ਖੜੇ ਹੋ ਚੁੱਕੇ ਆ। ਜਿਸ ਤਰ੍ਹਾਂ ਚਾਨਾ ਜੀ ਸਿੱਧੂ ਸਾਹਿਬ ਨੇ ਕਿਹਾ, ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਇਹ ਅੱਗੇ ਤਾਂ ਦੇਸ਼ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਪ੍ਰਧਾਨ ਮੰਤਰੀ ਜਦੋਂ ਚੋਣ ਮੂਡ 'ਚ ਹੁੰਦੇ ਆ ਜਾਂ ਜਨਤਕ ਮੰਚਾਂ ਤੇ ਬੋਲਦੇ ਆ ਤਾਂ ਉਦੋਂ ਬੜੀ ਜੁਮਲੇਬਾਜ਼ੀ ਕਰਦੇ ਆ, ਤਾਂ ਉਹਨਾਂ ਵਿੱਚ ਬਹੁਤ ਸਾਰਾ ਝੂਠ ਵੀ ਹੁੰਦਾ। ਜਿਸ ਤਰ੍ਹਾਂ ਉਹਨਾਂ ਨੇ ਜਿਹੜੇ ਚੋਣਾਂ 'ਚ ਵਾਅਦੇ ਕੀਤੇ ਉਹਨਾਂ ਬਾਰੇ ਤੁਸੀਂ ਵੀ ਗੱਲ ਕੀਤੀ ਹੈ। ਪਰ ਹੁਣ ਇੱਕ ਜਿਹੜੀ ਨਵੀਂ ਗੱਲ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਜਦੋਂ ਅਮਰੀਕਾ ਦੇ ਦੌਰੇ ਤੇ ਸੀ ਤਾਂ ਉਹਨਾਂ ਨੇ ਬਕਾਇਦਾ ਕੈਨੇਡੀਅਨ ਜਿਹੜਾ ਸੈਂਟਰ ਹੈਗਾ ਉੱਥੇ ਜਦੋਂ ਉਹ ਬੋਲੇ, ਉੱਥੋਂ ਦੇ ਜਿਹੜੇ MP ਸੀ, ਉੱਥੋਂ ਦੇ ਜਿਹੜੇ ਸੈਂਟਰ ਸੀ ਜਾਂ ਜਿਹੜੇ ਉਹਨਾਂ ਦੇ ਪ੍ਰਤੀਨਿਧ ਸੀ ਉਹਨਾਂ ਦੇ ਸਾਹਮਣੇ, ਤਾਂ ਉਹਨਾਂ ਨੇ ਬਕਾਇਦਾ ਉੱਥੇ ਇਸ ਗੱਲ ਦਾ ਐਲਾਨ ਕੀਤਾ, ਕਿਹਾ ਇਹ ਗੱਲ ਬੜੇ ਜ਼ੋਰ ਨਾਲ ਕਿ ਭਾਰਤ ਦੇ ਵਿੱਚ ਹਰ ਸਾਲ ਜਿਹੜਾ ਇੱਕ IIT ਤੇ ਇੱਕ IIM ਜਿਹੜਾ ਉਹ ਖੋਲ੍ਹਿਆ ਜਾਂਦਾ। ਤੇ ਇਸ ਗੱਲ ਨੂੰ ਲੈ ਕੇ ਹੀ ਪਾਰਲੀਮੈਂਟ ਦਾ ਜਿਹੜਾ ਹੁਣ ਮੌਜੂਦਾ ਸੈਸ਼ਨ ਚੱਲ ਰਿਹਾ ਹੈ, ਔਰ ਉਸ ਦੇ ਵਿੱਚ ਇੱਕ ਸੰਸਦ ਮੈਂਬਰ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਸਾਡਾ ਜਿਹੜਾ ਦੇਸ਼ ਹੈ ਇਸ ਦੇ ਵਿੱਚ ਹੁਣ ਤੱਕ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਕਿੰਨੇ ਜਿਹੜੇ ਨਵੇਂ IIT ਤੇ IIM ਖੁੱਲੇ। ਪਰ ਉੱਥੇ ਜਿਹੜਾ ਮੰਤਰੀ ਸੰਬੰਧਿਤ ਵੱਲੋਂ ਜਵਾਬ ਆਇਆ, ਉਸ ਦੇ ਵਿੱਚ ਇਹ ਗੱਲ ਕਹੀ ਗਈ ਕਿ ਸਾਡੇ ਦੇਸ਼ 'ਚ ਪਿਛਲੇ 5 ਸਾਲਾਂ ਦੇ ਅੰਦਰ ਕੋਈ ਵੀ IIT, ਕੋਈ ਵੀ IIM ਨਹੀਂ ਖੁੱਲਿਆ। ਤਾਂ ਇਸ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਨੇ ਜਿਹੜੀ ਉੱਥੇ ਗੱਲ ਕਹੀ ਹੈ ਉਹ ਝੂਠ ਸੀਗੀ। ਤਾਂ ਜੇ ਏਡੇ ਵੱਡੇ ਮੰਚ ਤੇ ਜਾ ਕੇ ਝੂਠ ਬੋਲਦੇ ਆ ਤੇ ਉਸ ਦਾ ਸਾਰਾ ਕੀ ਅਸਰ ਪੈਂਦਾ ਦੁਨੀਆ ਭਰ ਦੇ ਵਿੱਚ, ਔਰ ਕਿਸ ਤਰ੍ਹਾਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ? ਦੇਖੋ, ਇੱਕ ਤਾਂ ਪਹਿਲਾਂ ਗੱਲ ਇਹ ਚੱਲਦੀ ਸੀਗੀ ਕਿ ਸਾਡੇ ਪ੍ਰਧਾਨ ਮੰਤਰੀ ਜੀ ਜਿਹੜੇ ਨਾ ਉਹ ਜੁਮਲਾ ਛੱਡਣ ਦੇ ਵਿੱਚ ਬੜੇ ਮਾਹਿਰ ਨੇ, ਹਨਾ। ਔਰ ਉਹ ਹਰ ਮੌਕੇ ਦੇ ਉੱਤੇ ਕੋਈ ਨਾ ਕੋਈ ਕਰ ਸਕਦੇ ਆ, ਜਾਣੀ ਲਾਈਟ ਮੂਡ 'ਚ ਵੀ ਕਰ ਸਕਦੇ ਆ। ਪਰ ਇਹ ਗੱਲ ਜਿਹੜੀ ਨਾ ਹੋਰ ਅੱਗੇ ਨਿਕਲ ਗਈ
ਕਿ ਪ੍ਰਧਾਨ ਮੰਤਰੀ ਜੀ ਝੂਠ ਵੀ ਬੋਲ ਲੈਂਦੇ ਆ ਬਿਨਾਂ ਕਿਸੇ ਹਿਚਕਚਾਹਟ ਤੋਂ। ਮਤਲਬ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਗੱਲ ਉੱਥੇ ਕੈਨੇਡੀ ਸੈਂਟਰ ਦੇ ਵਿੱਚ ਜਾ ਕੇ ਗੱਲ ਕਰ, ਕੀ ਇਹਨਾਂ ਨੂੰ ਕਿਸੇ ਨੇ ਸਵਾਲ ਪੁੱਛਿਆ ਸੀਗਾ? ਕਿ ਇਹਨਾਂ ਨੂੰ ਕਿਹਾ ਕਿਸੇ ਨੇ ਵੀ ਤੁਸੀਂ ਕਿੰਨੇ IIT ਖੋਲੇ, ਕਿੰਨੇ ਐਵੇਂ ਖਾਮਖਾ ਜਾ ਕੇ ਇਹੋ ਜਿਹੀ ਗੱਲ ਕਰ ਦਿੱਤੀ ਆ ਜਿਹੜੀ ਬਿਲਕੁਲ ਹੀ ਝੂਠੀ ਸਾਬਤ ਹੋ ਗਈ। ਹੁਣ ਇੱਥੇ ਉਹ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ, ਹੁਣ ਪਾਰਲੀਮੈਂਟ ਦੇ ਵਿੱਚ ਤੇ ਗੱਲ ਮਤਲਬ ਗਲਤ ਦੱਸੀ ਨਹੀਂ ਜਾ ਸਕਦੀ ਤੇ ਨਾ ਗਲਤ ਜਵਾਬ ਦਿੱਤਾ ਜਾ ਸਕਦਾ, ਲਿਖਤੀ ਜਵਾਬ ਹੈ। ਹੁਣ ਕੀ ਰਹਿ ਗਈ? ਯਾਨੀ ਸਾਰੀ ਦੁਨੀਆ ਦੇ ਵਿੱਚ ਜਾਂ ਐ ਵੀ ਉੱਥੇ ਜੋ ਮੈਂ ਮਰਜ਼ੀ ਬੋਲ ਦੇਵਾਂ, ਕਿਹੜਾ ਤਾਂ ਇੰਡੀਆ 'ਚ ਕਿਹੜਾ ਪਤਾ ਲੱਗਣਾ ਏਡੀ ਦੂਰ ਜਾ ਕੇ। ਉਹ ਸੋਸ਼ਲ ਮੀਡੀਆ ਜਿਹੜਾ ਮਿੰਟਾਂ ਦੇ ਵਿੱਚ ਗੱਲ ਸਾਰੀ ਦੁਨੀਆ ਦੇ ਵਿੱਚ ਫੈਲਦੀ ਆ ਫਿਰ ਇਹੋ ਜਿਹੀ। ਸੋ ਇਸ ਕਰਕੇ ਇਹ ਤਾਂ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਕਿਸ ਤਰ੍ਹਾਂ ਦਾ ਅਸੀਂ ਆਪਣੇ ਦੇਸ਼ ਦਾ ਜਾਣੀ ਨਾ ਇਮੇਜ, ਕਿਉਂਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਆ ਜਾਂ ਕਿਸੇ ਵੀ ਦੇਸ਼ ਦਾ ਜਾਂ ਮੁਖੀ ਹੁੰਦਾ, ਪ੍ਰੈਜ਼ੀਡੈਂਟ ਹੁੰਦਾ ਆ, ਉਹ ਸਾਰੇ ਦੇਸ਼ ਨੂੰ ਰਿਪਰੈਜ਼ੈਂਟ ਕਰ ਰਿਹਾ ਹੁੰਦਾ। ਕੀ ਹੁਣ ਇਹ ਇਮੇਜ ਜਾਏਗਾ ਕਿ ਦੇਸ਼ ਦੇ ਲੋਕ ਝੂਠੇ ਬੜੇ ਆ, ਹਨਾ? ਇੱਕ ਤਾਂ ਇਹ ਗੱਲ ਜਿਹੜੀ ਨਾ ਉਹ ਕਰਨੀ ਠੀਕ ਨਹੀਂ ਸੀਗੀ। ਔਰ ਦੂਜੀ ਗੱਲ ਇਹ ਆ ਕਿ ਜੋ ਸਮਾਂ ਆ ਨਾ, ਕਿਉਂਕਿ ਆਪਣੇ ਕੋਲ ਸਮਾਂ ਵੀ ਥੋੜਾ, ਹੁਣ ਇਹ ਜਿਸ ਪਾਸੇ ਨੂੰ ਤੁਰੇ ਹੋਈ ਆ ਨਾ ਸਰਕਾਰ ਤੇ ਸਾਡੇ ਪ੍ਰਧਾਨ ਮੰਤਰੀ ਜੀ, ਚਾਹੀਦਾ ਕੀ ਆ, ਡਿਮਾਂਡ ਕੀ ਹੈ? ਸਾਰੇ ਦੇਸ਼ ਨੂੰ, ਸਾਰੇ ਦੇਸ਼ ਦੀ ਏਕਤਾ ਨੂੰ, ਅਖੰਡਤਾ ਨੂੰ ਸਾਹਮਣੇ ਜੇ ਰੱਖੀਏ ਤਾਂ ਉਹਦਾ ਜਾਣੀ ਨਿਕਲਦੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਮਣੀਪੁਰ ਦੀ ਤੇ ਉਹਨਾਂ ਨਾਲੇ ਦੀਆਂ ਸਟੇਟਾਂ ਜਿਹੜੀ ਆ ਗੜਬੜ ਸ਼ੁਰੂ ਹੋ ਗਈ ਆ, ਉਹਨੂੰ ਸੈਟਲ ਕੀਤਾ ਜਾ। ਮਿਜ਼ੋਰਮ 'ਚ ਵੀ ਨਾਲ ਦੇ, ਈਵਨ ਅਸਾਮ ਤੱਕ ਵੀ। ਔਰ ਉਹ ਇਹ ਸਾਰਾ ਕੁਝ ਡਿਸਟਰਬ ਹੋਇਆ ਪਿਆ। ਮਤਲਬ ਦੂਜਾ ਹੈ ਕਿ ਉਹਦੀ ਵਜ੍ਹਾ ਕਰਕੇ ਜਿਹੜਾ ਖਰਾਬ ਹੋਇਆ ਸਾਰੇ ਦੇਸ਼ ਦੇ ਵਿੱਚ, ਜਿਸ ਤਰ੍ਹਾਂ ਦੀ ਹਵਾ ਚੱਲੀ ਆ, ਲੋੜ ਕਿਸ ਗੱਲ ਦੀ ਆ ਕਿ ਉੱਥੇ ਮਸਲੇ ਨੂੰ ਸੁਲਝਾਇਆ ਜਾਵੇ ਜਿੰਨੀ ਜਲਦੀ ਹੋ ਜਾਏ। ਤੇ ਮਸਲੇ ਨੂੰ ਸੁਲਝਾਇਆ ਤਾਂ ਜਾ ਸਕਦਾ ਜੇ ਆਪੋਜੀਸ਼ਨ ਦਾ ਵੀ ਪੂਰਾ ਕੋਆਪਰੇਸ਼ਨ ਲਿਆ ਜਾਵੇ, ਸਹਿਯੋਗ ਲਿਆ ਜਾਵੇ। ਚਾਹੀਦਾ ਕੀ ਸੀਗਾ ਕਿ ਜਦੋਂ ਹੀ ਵਿਗੜਨੀ ਸ਼ੁਰੂ ਹੋਈ ਸੀ, ਪ੍ਰਧਾਨ ਮੰਤਰੀ ਜਾਂ ਹੋਮ ਮਿਨਿਸਟਰ ਜਾਂ ਸਰਕਾਰ ਕੇਂਦਰ ਦੀ, ਉਹ ਆਪੋਜੀਸ਼ਨ ਦੇ ਨਾਲ ਜਾਣੀ ਸਰਬ ਪਾਰਟੀ ਮੀਟਿੰਗ ਬੁਲਾ ਕੇ ਹੱਲ ਕੱਢਣ ਦੀ ਕੋਸ਼ਿਸ਼ ਕਰਦੀ। ਦੇਸ਼ ਦਾ ਸੰਕਟ ਸਾਰੇ ਦੇਸ਼ ਦਾ ਸੰਕਟ ਆ। ਉਹ ਚਾਹੇ ਪੈਦਾ ਸਰਕਾਰ ਨੇ ਕੀਤਾ ਤੇ ਚਾਹੇ ਕਿਸੇ ਹੋਰ ਵਜ੍ਹਾ ਕਰਕੇ ਹੋਇਆ। ਔਰ ਉਹ ਦੇਸ਼ ਨੂੰ ਬਚਾਉਣ ਦੇ ਲਈ ਜ਼ਰੂਰੀ ਹੁੰਦਾ ਕਿ ਦੇਸ਼ ਮਿਲ ਕੇ ਉਹਨੂੰ ਹੱਲ ਕਰੇ। ਔਰ ਇਹ ਮਿਲ ਕੇ ਹੱਲ ਕਰਨ ਵਾਲਾ ਰਾਹ ਫੜਨ ਦੀ ਬਜਾਏ ਆਪਸ ਵਿੱਚ ਜਿਹੜਾ ਨਾ ਚਿੱਤਰੀ ਦਾਲ ਵੰਡਣ ਦੀ ਰਾਹ ਜਿਹੜਾ ਨਾ ਉਹ ਫੜਿਆ ਹੋਇਆ ਆ ਕਿ ਉਹਨੂੰ ਤਾਂ ਮਸਲਾ ਹੀ ਨਹੀਂ। ਮੈਂ ਤਾਂ ਹੀ ਸ਼ੁਰੂ 'ਚ ਗੱਲ ਕਹੀ ਸੀ ਕਿ ਐਂ ਲੱਗਣ ਲੱਗ ਪਿਆ ਮਸਲਾ ਤਾਂ ਉਹ ਮਸਲਾ ਹੀ ਨਹੀਂ ਹੈਗਾ, ਮਸਲਾ ਇਹਨਾਂ ਦੀ ਲੜਾਈ ਹੈ। ਔਰ ਪਹਿਲਾਂ ਉਹਨੂੰ ਸੋਲਵ ਕਰਨ ਦਾ ਰਾਹ ਫੜਨਾ ਚਾਹੀਦਾ ਸੀ, ਲੇਕਿਨ ਉਹ ਗੱਲ ਇਹਨਾਂ ਨੇ ਆਪਣੇ ਹੱਥੋਂ ਗਵਾ ਲਈ ਆ। ਹੁਣ ਇਹ ਫੈਸਲਾ ਜਿਹੜਾ ਮੈਂ ਹੁਣ ਇਹ ਕਹਿਣਾ ਆ ਕਿ ਇਹਦੇ ਨਾਲ ਸਿਰਫ ਇੰਨਾ ਹੋਏਗਾ ਕਿ ਜਦੋਂ ਬੇਪਰਤੀਤੀ ਮਤੇ ਦੇ ਉੱਤੇ ਬਹਿਸ ਹੋਏਗੀ, ਸਾਰੀ ਪ੍ਰੈਸ ਨੂੰ ਜਿਹੜਾ ਨਾ ਉਹ ਚੁੱਕਣਾ ਪਏਗਾ, ਦੇਣਾ ਪਏਗਾ। ਕੋਈ ਘਟਾ ਕੇ ਦੇਣਗੇ, ਕੋਈ ਵਧਾ ਕੇ ਦੇਣਗੇ, ਕਿਉਂਕਿ ਪਾਰਲੀਮੈਂਟ 'ਚ ਗੱਲ ਹੋਣੀ ਆ। ਜਿਹੜਾ ਗੋਦੀ ਮੀਡੀਆ ਉਹਨੂੰ ਵੀ ਕੁਛ ਨਾ ਕੁਛ ਗੱਲ ਜਿਹੜੀ ਹੈ ਨਾ ਉਹ ਲੈ ਕੇ ਜਾਣੀ ਹੀ ਪੈਣੀ ਆ, ਪੋਲੀਟੀਕਲੀ ਗੱਲ ਵੀ ਲੈ ਕੇ ਜਾਣੀ ਪੈਣੀ। ਹੁਣ ਜਿਹੜੀ ਉਹ ਉੱਕਾ ਪੁੱਕਾ ਬਲੈਕ ਆਊਟ ਕਰਨ ਦੇ, ਉਹਦੇ ਨਾਲ ਕੀ ਹੋਊਗਾ ਕਿ ਐਕਸਪੋਜ਼ਰ ਤਾਂ ਹੋਊਗਾ ਸਰਕਾਰ ਦਾ, ਹਨਾ? ਪਰ ਸਰਕਾਰ ਜੇ ਕਹਿੰਦੇ ਤੂੰ ਜੋ ਮਰਜ਼ੀ ਕਰੀ ਜਾਓ, ਕਹਿੰਦੇ ਤੇ ਜੋ ਮਰਜ਼ੀ ਹੋਈ ਜਾਵੇ, ਸਾਡੇ ਤਾਂ ਕੋਈ ਅਸਰ ਹੀ ਨਹੀਂ ਹੈਗਾ। ਇਸ ਕਰਕੇ ਪ੍ਰਧਾਨ ਮੰਤਰੀ ਹੁਣ ਨਹੀਂ ਇਲੈਕਸ਼ਨ ਮੋਡ 'ਚ ਆਏ। ਉਹ ਜਦੋਂ ਜਿੱਤ ਕੇ ਵੀ ਸਰਕਾਰ ਬਣਾਉਂਦੇ ਸਾਰੀ ਇਲੈਕਸ਼ਨ ਮੋਡ 'ਚ ਆ ਜਾਂਦੇ। ਉਹ ਜਿੱਥੇ ਵੀ ਜਾਂਦੇ ਇਹੋ ਜਿਹੇ ਭਾਸ਼ਣ ਕਰਨਗੇ ਕਿ ਜਿੱਦਾਂ ਇਲੈਕਸ਼ਨ ਲੜਨ ਆਏ ਹੁੰਦੇ ਆ। ਤੇ ਇਸ ਕਰਕੇ ਉਹਨਾਂ ਤੇ ਕੋਈ ਇਹਦਾ ਅਸਰ ਹੋਣ ਵਾਲਾ ਨਹੀਂ ਹੈਗਾ। ਸਿੱਧਾ ਲੋਕਾਂ ਨੂੰ ਐਡਰੈਸ ਕਰਨ ਦੇ ਜਿਹੜਾ ਨਾ ਉਹ ਸਮਾਂ ਹੈਗਾ। ਔਰ ਲੋਕ ਹੀ ਸਵਾਲ ਕਰਨਗੇ ਕਿ ਇਹ ਆ ਸਾਰੀਆਂ ਗੱਲਾਂ ਦਾ ਹੁਣ ਜਵਾਬ ਦਿਓ। ਹੁਣ ਸਾਡੇ ਹੱਥ 'ਚ ਆ। ਹੁਣ ਅਸੀਂ ਫੈਸਲਾ ਕਰਾਂਗੇ ਕਿ ਆਪੋਜੀਸ਼ਨ ਠੀਕ ਆ ਕਿ ਸਰਕਾਰ ਠੀਕ ਆ। ਤੋ ਮੈਂ ਇਹ ਗੱਲ ਇਸ ਕਰਕੇ ਇਹ ਤਿੰਨ ਚੀਜ਼ਾਂ ਜਿਹੜੀਆਂ ਦੁਹਰਾ ਕੇ ਗੱਲ ਕਰ ਰਹੇ ਹਾਂ ਕਿ ਇਹ ਸਿਰਫ ਸਵਾਏ ਇਸ ਤੋਂ ਕਿ ਜਿੰਨੇ ਦਿਨ ਇਹ ਸੈਸ਼ਨ ਚੱਲੇਗਾ, ਜਿੰਨੇ ਦਿਨ ਮਸਲੇ ਦੇ ਬਾਅਦ ਬਹਿਸ ਹੋਏਗੀ, 2 ਦਿਨ ਹੋਵੇ, 1.5 ਦਿਨ ਹੋਵੇ, ਔਰ ਉਹਦੇ ਨਾਲ ਇਹ ਜ਼ਰੂਰ ਹੋਏਗਾ ਕਿ ਸਰਕਾਰ ਨੂੰ, ਲੇਕਿਨ ਸਰਕਾਰ ਨੇ ਜਿਹੜਾ ਤਰੀਕਾ ਅਖਤਿਆਰ ਕਰਨਾ ਨਾ ਉਹ ਵੀ ਦੇਖਿਆ ਜਾ ਸਕਦਾ ਕਿ ਅੱਗੋਂ ਉਹਨਾਂ ਗੱਲਾਂ ਦਾ ਜਵਾਬ ਨਹੀਂ ਆਏਗਾ ਜਿਹੜੇ ਸਵਾਲ ਉਠਾਏ ਜਾਣਗੇ। ਗੱਲਾਂ ਹੋਰ ਜਵਾਬ ਆਉਣਗੇ, ਉਲਟੇ ਜਵਾਬ ਆਉਣਗੇ। ਯਾਨੀ ਕਾਊਂਟਰ ਐਲੀਗੇਸ਼ਨ ਜਿਹੜੇ ਨਾ, ਐਲੀਗੇਸ਼ਨ ਕਾਊਂਟਰ ਐਲੀਗੇਸ਼ਨ ਜਿਹੜੇ ਨਾ
ਉਹਦੇ ਉਹੋ ਜਿਹਾ ਜੋ ਨਜ਼ਰ ਆਉਂਦਾ ਕਿ ਸੈਸ਼ਨ ਦਾ ਰਿਜ਼ਲਟ ਐਲੀਗੇਸ਼ਨ ਕਾਊਂਟਰ ਐਲੀਗੇਸ਼ਨ ਜਾਂ ਇਹ ਆ ਕਿ ਰਿਐਲਿਟੀ ਕੀ ਆ ਉੱਤੇ ਨੈੱਠ ਕੇ ਇਮਾਨਦਾਰੀ ਦੇ ਨਾਲ ਬਹਿਸ ਹੋਣ ਦੇ ਚਾਂਸ ਹੈਗੇ ਆ। ਔਰ ਉਹ ਗੱਲ ਜਿਹੜੀ ਹੈ ਨਾ ਉਹਦੇ ਚਾਂਸ ਬੜੇ ਥੋੜੇ ਲੱਗਦੇ, ਬਹੁਤ ਘੱਟ ਲੱਗਦੇ ਆ। ਸਰ ਤੁਸੀਂ ਇਹ ਸਾਰੀ ਗੱਲ ਬਾਰੇ ਕੀ ਕਹਿਣਾ ਚਾਹੁੰਦੇ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਉੱਥੇ ਝੂਠ ਬੋਲਿਆ ਔਰ ਜੋ ਕੁਝ ਚਾਨਾ ਜੀ ਨੇ ਹੁਣ ਕਿਹਾ ਹੈਗਾ, ਇਹਦੇ ਬਾਰੇ ਤੁਹਾਡਾ ਕੀ ਰਾਏ ਆ? ਵੈਸੇ ਸ਼ਾਰਟ ਵਿੱਚ ਇਹ ਹੈ ਵੀ ਸਥਿਤੀ ਬੜੀ ਨਾਜ਼ੁਕ ਹੈ। ਦੋਨੋਂ ਰੂਲਿੰਗ ਪਾਰਟੀ ਤੇ ਆਪੋਜੀਸ਼ਨ ਦੋਨੋਂ ਆਪਣੇ ਆਪਣੇ ਨੈਰੇਟਿਵ ਬੰਨਣ ਦੀ ਕੋਸ਼ਿਸ਼ ਵਿੱਚ ਹੈ। ਜਿਹੜਾ ਆਪੋਜੀਸ਼ਨ ਦਾ ਨੈਰੇਟਿਵ ਹੈ ਉਹ ਕਾਫੀ ਹੁਣ ਲੋਕਾਂ ਤੱਕ ਪਹੁੰਚ ਰਿਹਾ ਹੈ ਤੇ ਜ਼ੋਰ ਵੀ ਫੜ ਰਿਹਾ ਹੈ। ਕਮ ਸੇ ਕਮ ਜਿਹੜੀ ਮਿਡਲ ਕਲਾਸ ਹੈ, ਤੇ ਮਿਡਲ ਕਲਾਸ ਤੁਸੀਂ ਇਹ ਦੇਖੋ ਵੀ ਵੱਡੀ ਹਿੰਦੂ ਸਮਾਜ ਦੀ ਮਿਡਲ ਕਲਾਸ ਬਹੁਤ ਵੱਡੀ ਹੈ ਤੇ ਬੜੀ ਇਫੈਕਟਿਵ ਹੈ। ਉਸੇ ਨੇ ਦੇਸ਼ ਦੀ ਇੰਟੈਗ੍ਰਿਟੀ ਤੇ ਯੂਨਿਟੀ ਰੱਖਣੀ ਹੈ। ਮਿਨੋਰਿਟੀ ਦਾ ਕੋਈ ਰੋਲ ਨਹੀਂ ਰਹਿ ਗਿਆ ਕਿਸੇ ਪਾਸੇ ਹੁਣ ਅੱਜ ਕੱਲ੍ਹ। ਹੁਣ ਸਿੱਧੀ ਸਪਸ਼ਟ ਹੈ ਵੀ ਉਹਨਾਂ ਨੇ ਦੇਸ਼ ਨੂੰ ਇੱਕ ਰੱਖਣਾ ਹੈ ਜਾਂ ਦੇਸ਼ ਨੂੰ ਕਿੱਧਰਲੇ ਪਾਸੇ ਲਿਜਾਣਾ ਹੈ, ਜਾਂ ਜਿਹੜੀਆਂ ਹਾਲਤਾਂ 'ਚ ਆ ਰਿਹਾ ਉਹਦੇ 'ਚ ਸੁੱਟਣਾ ਹੈ ਉਹ ਭੈੜੀਆਂ ਹਾਲਤਾਂ 'ਚ ਕਿ ਨਹੀਂ, ਇਹ ਉਹਨਾਂ ਦੀ ਜ਼ਿੰਮੇਵਾਰੀ ਬਣ ਗਈ। ਨੈਰੇਟਿਵ ਉਹਨਾਂ 'ਚ ਜਾ ਰਿਹਾ ਬਹੁਤ ਵੱਡਾ, ਉਹਨਾਂ 'ਚ ਹਿੱਸਾ ਬੜਾ ਸੈਂਸੀਟਿਵ ਹਿੱਸਾ ਹੈਗਾ, ਉਹ ਸਾਰੇ ਅੱਗੇ ਆ ਰਹੇ ਹੈ ਤੇ ਨੈਰੇਟਿਵ ਜ਼ੋਰ ਨਾਲ ਫੜ ਰਿਹਾ ਹੈਗਾ ਸਾਰੀ ਗੱਲ। ਇਹ ਬਹੁਤਾ ਚਿਰ ਸਸਟੇਨ ਨਹੀਂ ਕਰੇਗਾ, ਜਾਂ ਜੇ ਇੱਥੋਂ ਸਲਿੱਪ ਹੋ ਗਿਆ, ਇਹਨਾਂ ਦਿਨਾਂ 'ਚ ਸਲਿੱਪ ਹੋ ਗਿਆ ਜਿਹੜਾ ਹੁਣ ਕੁਛ ਮਹੀਨੇ ਰਹਿ ਗਏ ਆ, ਤੇ ਜੇ ਸਲਿੱਪ ਹੋ ਗਿਆ ਦੂਜੇ ਪਾਸੇ ਤਾਂ ਫਿਰ ਇੱਥੇ ਬਹੁਤ ਵੱਡੇ ਕਿਓਸ ਤੇ ਬਹੁਤ ਵੱਡੀਆਂ ਲੜਾਈਆਂ ਤੇ ਬਹੁਤ ਵੱਡਾ ਕੁਛ ਪਾਸੇ ਨੂੰ ਫਿਰ ਗਲਤ ਪਾਸੇ ਜਾਊਗਾ, ਬਲੱਡ ਸ਼ੈਡ ਵੱਲ ਵੀ ਜਾ ਸਕਦਾ। ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਇਹਨਾਂ ਦਿਨਾਂ ਵਿੱਚ ਸਾਂਭਿਆ ਜਾਵੇ ਸਾਰਾ ਕੁਝ ਪੋਲੀਟੀਕਲ ਲੈਵਲ ਤੇ। ਪਰ ਇੱਕ ਗੱਲ ਸ਼ਰਤ ਇਹ ਹੈ, ਮੈਂ ਫਿਰ ਰਿਪੀਟ ਕਰਦਾ, ਸੰਭੂ ਤਾਂ ਜੇ ਜਿਹੜੀਆਂ ਹਿੰਦੂਤਵਾਦੀਆਂ ਫੋਰਸਿਸ ਆ ਉਹਨਾਂ ਨੂੰ ਨੱਥ ਪੂਰੀ ਤਰ੍ਹਾਂ ਪਏ ਬਗੈਰ ਜਾਂ ਉਹਨਾਂ ਨੂੰ ਨਿਪ ਡਾਊਨ ਕੀਤੇ ਬਗੈਰ ਇਹ ਨਹੀਂ ਕਦੇ ਵੀ ਹੋਣਾ। ਇਹ ਲੋਕਾਂ ਨੇ ਕਰਨਾ ਪਊਗਾ ਸਾਰਾ ਕੁਛ। ਤੇ ਨਾਲੇ ਹਾਲਾਤ ਬਦਲ ਗਏ ਆ, ਜਿੰਨਾਂ ਦਿਨਾਂ ਵਿੱਚ ਹਿੰਦੂ ਰਾਸ਼ਟਰ ਤੇ ਇਸਲਾਮਿਕ ਸਟੇਟ ਬਣਨ ਦੀਆਂ ਗੱਲਾਂ ਹੋਈਆਂ ਸੀਗੀਆਂ, ਉਹ ਹੁਣ ਅੱਗੇ ਪਾਣੀ ਬਹੁਤ ਪੁਲਾਂ ਥੱਲੋਂ ਦੀ ਲੰਘ ਗਿਆ। 60-70 ਸਾਲ 80 ਸਾਲ ਲੰਘ ਗਿਆ। ਹੁਣ ਉਹ 1940 ਵਾਲੇ ਦਿਨਾਂ ਦੇ ਵਿੱਚ ਨਹੀਂ ਅਸੀਂ ਖੜੇ ਵੀ ਪੋਲੀਟੀਕਲੀ ਅਸੀਂ ਅੱਡ ਅੱਡ ਕਰਕੇ ਕਰ ਲਈਏ। ਤੇ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਸ਼ਾਇਦ ਇਹ ਵੱਡੀ ਚਾਂਸ ਇਹ ਉਮੀਦ ਹੈ ਵੀ ਡੈਮੋਕ੍ਰੈਟਿਕ ਜਿਹੜੀਆਂ ਫੋਰਸਿਸ ਹੈ, ਜਾਂ ਜੇ ਅਸੀਂ ਨਾ ਕਲੀਸ਼ੇ 'ਚ ਵੀ ਜਾਈਏ, ਜਿਹੜੇ ਲੋਕ ਨੂੰ ਬਚਾਉਣਾ ਚਾਹੁੰਦੇ ਆ ਵੀ ਸਾਰੀ ਗੱਲ ਨੂੰ, ਉਹ ਜ਼ੋਰ ਫੜ ਜਾਣਗੇ, ਇਹ ਉਮੀਦ ਲੱਗਦੀ ਹੈ। ਤੇ ਆਪਣੇ ਕੋਲ ਸਮਾਂ ਵੀ ਸਮਾਪਤ ਹੋ ਰਿਹਾ, ਤੇ ਚਾਨਾ ਜੀ ਸੰਖੇਪ 'ਚ ਤੁਸੀਂ ਵੀ ਆਪਣੀ ਟਿੱਪਣੀ ਦੱਸੋ ਸਾਹਿਬ, ਤੁਸੀਂ ਵੀ ਆਪਣੀ ਆਖਰੀ ਟਿੱਪਣੀ ਜਿਹੜੀ ਹੈ ਇੱਕ ਮਿੰਟ। ਮੈਂ ਸਿਰਫ ਇੰਨੀ ਗੱਲ ਹੀ ਕਰਨਾ ਚਾਹੁੰਦਾ ਹਾਂ ਕਿ ਇਹ ਜਿਸ ਤਰ੍ਹਾਂ ਸ਼ੁਰੂ 'ਚ ਸਿੱਧੂ ਸਾਹਿਬ ਨੇ ਵੀ ਕਿਹਾ ਸੀ ਵੀ ਸਮਾਂ ਬੜਾ ਥੋੜਾ ਆ, ਲੋਕਾਂ ਦੇ ਅੰਦਰ ਜੋ ਕੁਝ ਦੱਬਿਆ ਹੋਇਆ ਆ ਉਹ ਤਾਂ ਨਹੀਂ ਬਾਹਰ ਘਰਾਂ ਤੋਂ ਨਿਕਲ ਰਹੇ, ਜੋ ਮੈਨੂੰ ਫੀਲ ਹੋ ਰਿਹਾ, ਮਹਿਸੂਸ ਹੋ ਰਿਹਾ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਲੈਕਸ਼ਨ ਤਾਂ ਆ ਹੀ ਰਹੀ ਆ, ਉਦੋਂ ਫਤਵਾ ਦੇਵਾਂਗੇ। ਔਰ ਨਹੀਂ ਤਾਂ ਜੇ ਇਲੈਕਸ਼ਨ ਦੂਰ ਹੁੰਦੀ ਤਾਂ ਸ਼ਾਇਦ ਸਾਰਾ ਦੇਸ਼ ਸੜਕਾਂ ਤੇ ਨਿਕਲਿਆ ਹੁੰਦਾ। ਇਸ ਕਰਕੇ ਮੈਂ ਇਹ ਕਹਿੰਦਾ ਵੀ ਜਿੰਨੇ ਹਾਲਾਤ ਖਰਾਬ ਹੋ ਚੁੱਕੇ ਆ, ਇਹਨਾਂ ਨੂੰ ਇਹ ਰਸਤਾ ਨਹੀਂ ਫੜਨਾ ਚਾਹੀਦਾ ਸਰਕਾਰ ਨੂੰ ਜਿਹੜਾ ਹੁਣ ਫੜਿਆ ਹੋਇਆ ਕਿ ਕਰ ਲਓ ਜੋ ਕਰਨਾ, ਹਨਾ। ਉਹ ਫਿਰ ਹੁਣ ਆਪੋਜੀਸ਼ਨ ਨੇ ਥੋੜ੍ਹਾ ਕਰਨਾ, ਆਪੋਜੀਸ਼ਨ ਦੀ ਤਾਂ ਤਾਕਤ ਸਾਹਮਣੇ ਦਿਖਦੀ ਆ, ਉਹ ਕੀ ਕਰ ਲੈਣਗੇ, ਉਹ ਵੋਟ ਵੀ ਪਾਉਣਗੇ ਤਾਂ ਹਾਰ ਜਾਣਗੇ। ਹੁਣ ਤਾਂ ਕਰਨਾ ਤਾਂ ਲੋਕਾਂ ਨੇ ਆ। ਹੁਣ ਇਸ ਕਰਕੇ ਇਹ ਤਾਂ ਇਹ ਆ ਕਿ ਵੀ ਇਹ ਜਿਹੜੇ ਹਾਲਾਤ ਪੈਦਾ ਹੋ ਗਏ ਆ ਉਹ ਸਾਰੇ ਦੇਸ਼ ਵਾਸਤੇ ਉਹ ਬਹੁਤ ਸ਼ਗਨ ਵਾਲੇ, ਵੱਧ ਸ਼ਗਨੀ ਵਾਲੇ ਹੈਗੇ ਆ। ਇਹਦੇ ਚੋਂ ਨਿਕਲਣ ਦਾ ਰਾਹ ਇਹੀ ਆ ਕਿ ਪਹਿਲਾਂ ਮਣੀਪੁਰ ਨੂੰ ਬਚਾਇਆ ਜਾਵੇ ਔਰ ਬਾਅਦ ਦੇ ਵਿੱਚ ਆਪਣੇ ਇਲੈਕਸ਼ਨ ਮੋਡ 'ਚ ਆਉਣਾ, ਜਿੱਦਾਂ ਮਰਜ਼ੀ ਆ ਲਵੇ ਪ੍ਰਧਾਨ ਮੰਤਰੀ ਵੀ ਤੇ ਜਾਂ ਹੋਰ ਵੀ, ਹਨਾ। ਪਹਿਲਾਂ ਉਹਦੇ ਵਿੱਚੋਂ ਕਿਵੇਂ ਨਿਕਲਣਾ ਆ, ਤੇ ਉਹਨਾਂ ਨੂੰ ਇਨਸਾਫ ਹੁਣ ਕਿਵੇਂ ਮਿਲੂਗਾ ਜਿਨ੍ਹਾਂ ਦੇ ਨਾਲ ਇੱਦਾਂ ਬਦਤਮੀਜ਼ੀ ਹੋਈ ਆ। ਔਰ ਉਹ ਬਦਤਮੀਜ਼ੀ ਉੱਥੇ ਹੀ ਨਹੀਂ ਹੋਈ, ਉਹ ਪੂਰੇ ਦੇਸ਼ ਦੀਆਂ ਔਰਤਾਂ ਦੇ ਮਨਾਂ 'ਚ ਬੈਠ ਗਿਆ ਹੋਇਆ ਕਿ ਕਿੱਦਾਂ ਦੇ ਇੱਕ ਥੋੜਾ ਜਿਹਾ ਪੰਜ ਆਪਾਂ ਹੁਣੇ ਗਿਣ ਕੇ ਹਟੇ ਆ ਕਿ ਜਦੋਂ ਵੀ ਇੱਦਾਂ ਦੀ ਕੋਈ ਘਟਨਾ ਵਾਪਰਦੀ ਆ ਉਹਨੂੰ ਡਿਫੈਂਡ ਕੀਤਾ ਜਾਂਦਾ, ਉਹਨੂੰ ਬਚਾਇਆ ਜਾਂਦਾ, ਉਹਨੂੰ ਇਸ ਢੰਗ ਨਾਲ ਜਾਂ ਕਾਨੂੰਨੀ ਤੌਰ ਤੇ ਬਚਾਇਆ ਜਾਂਦਾ, ਜਾਂ ਕਈ ਵਾਰੀ ਉਹ ਕਠੂਆ ਵਰਗੇ ਤਾਂ ਉਹ ਉੱਥੇ ਪਿੱਛੇ ਮੁਜ਼ਾਹਰਾ ਹੀ ਕਰਨ ਲੱਗ ਪਏ ਸੀਗੇ ਕਿ ਜਿਹੜੇ ਦੋਸ਼ੀਆਂ ਦੇ ਪਿੱਛੇ ਖੜੇ ਹੋ ਕੇ ਨਾ ਮੁਜ਼ਾਹਰਾ। ਕਹਿਣ ਤੋਂ ਮੇਰਾ ਮਤਲਬ ਕਿ ਡਿਫੈਂਡ ਕਿਉਂ ਕੀਤਾ ਜਾ ਰਿਹਾ, ਇਹ ਲੋਕਾਂ ਨੂੰ ਹੁਣ ਰੜਕ ਰਹੀ ਆ ਗੱਲ, ਹਨਾ। ਕਿ ਇਹ ਜਦੋਂ ਵੀ ਹੁੰਦਾ ਆ ਔਰਤਾਂ ਦੇ ਖਿਲਾਫ ਇੰਨੀਆਂ ਘਟਨਾਵਾਂ ਘਟੀਆਂ ਹੋ ਗਈਆਂ, ਜੇ ਉਹ ਕਾਨੂੰਨ ਉਹਨਾਂ ਨੂੰ ਫਸਾ ਵੀ ਦਿੰਦਾ ਆ
ਫਿਰ ਉਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਚੰਗਾ ਕੰਡਕਟ ਕਹਿ ਕੇ, ਫਿਰ ਉਹਨਾਂ ਦੇ ਹਾਰ ਪਾ ਦਿੱਤੇ ਜਾਂਦੇ ਆ। ਇੱਕ ਇਹੀ ਇੱਕ ਵਿਚਾਰਧਾਰਾ ਆ ਜਿਹਦੇ ਉੱਤੇ ਸਾਰਾ ਕੁਝ ਉਸਰਿਆ ਆ। ਤੇ ਜੇ ਰਾਹੁਲ ਗਾਂਧੀ ਇਹ ਕਹਿੰਦਾ ਆ ਕਿ ਵਿਚਾਰਧਾਰਾ ਦੀ ਲੜਾਈ ਆ, ਤਾਂ ਇਹ ਇਦਾਂ ਹੀ ਵੱਲ ਕਾਗਜ਼ੀ ਵਿਚਾਰਧਾਰਾ ਨਹੀਂ ਹੈਗੀ, ਅਸਲ ਵਿੱਚ ਸਾਈਕੀ ਦੇ ਵਿੱਚ ਜਿਹੜੀ ਘਸੇੜ ਦਿੱਤੀ ਗਈ ਆ, ਉਹ ਆ ਮਸਲਾ। ਦੂਜਾ ਇਹ ਗੱਲ ਕਿ ਉਹਦੀ ਗੱਲ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਜੇ ਉਹ ਇੰਨਾ ਖੁੱਲ ਕੇ ਉਹਨੇ ਕਹਿ ਦਿੱਤਾ ਨਾ, ਤੇ ਹੋ ਸਕਦਾ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਆਭਾਸ ਹੁੰਦਾ ਹੋਵੇ ਕਿ ਇਹ ਮਣੀਪੁਰ ਹੀ ਨਹੀਂ, ਇਹ ਤਾਂ ਸਾਰੇ ਦੇਸ਼ ਦੇ ਬਾਕੀ ਹਿੱਸਿਆਂ 'ਚ ਵੀ ਅੱਗ ਲਾ ਸਕਦੇ ਆ। ਤਾਂ ਫਿਰ ਉਹ ਉਹਨਾਂ ਦੇ ਆਪਣੇ ਜਾਂ ਤਜਰਬੇ ਦੀ ਗੱਲ ਆ, ਜਾਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਕੋਈ ਇਹਨਾਂ ਦੀਆਂ ਨਜ਼ਰ ਆ ਰਹੀਆਂ ਨੇ। ਇਸ ਕਰਕੇ ਦੇਸ਼ ਨੂੰ ਚੌਕਸ ਹੀ ਰਹਿਣਾ ਚਾਹੀਦਾ ਆ। ਉਂਝ ਵੀ ਉਹ ਮੂਡ 'ਚ ਨਹੀਂ ਹੈਗੇ ਕਿ ਵੀ ਅਸੀਂ ਰਾਜਸਥਾਨੀ ਨਾ ਛੱਡ ਦੇਵਾਂਗੇ, ਜੇ ਲੋਕ ਛਡਾਉਣਗੇ ਵੀ ਤਾਂ। ਸਰ ਤੁਹਾਡਾ ਮੈਂ ਸ਼ਾਰਟ 'ਚ ਇਹੀ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਇਹ ਕਸ਼ਮੀਰ ਹੋਇਆ, ਮਣੀਪੁਰ ਹੋਇਆ, ਇਹ ਸਾਰੇ ਸਿੰਪਟਮ ਹੈ। ਬਿਮਾਰੀ ਤਾਂ ਜਿਹੜੀ ਕਾਫੀ ਦੇਰ ਦੀ ਪਹਿਲਾਂ ਦੀ ਹਿੰਦੂਤਵ ਵਾਲੀ ਵੱਡੀ ਬਿਮਾਰੀ ਆ, ਸਾਰੀ ਪੋਲਿਟਿਕਸ ਨੂੰ ਲੱਗੀ ਹੋਈ। ਉਸ ਦਾ ਉਸੇ 'ਚੋਂ ਹੀ 1947 ਨਿਕਲਿਆ, ਉਸੇ 'ਚੋਂ ਨਵੰਬਰ 84, ਜੂਨ 84, ਉਸੇ 'ਚੋਂ 2002 ਗੁਜਰਾਤ, ਉਸੇ 'ਚ ਅੱਜ ਤੱਕ ਸਾਰਾ ਕੁਝ ਫਲੋ ਕਰ ਰਿਹਾ। ਉਹ ਫਲੋ ਹਿੰਦੂਤਵਾ ਦੀ ਜਿਹੜੀ ਪੋਲਿਟਿਕਸ ਨਾਲ ਕਦੇ ਜ਼ੋਰ ਪਾ ਕੇ ਕਰਵਾਉਂਦੀ ਆ, ਉਹ ਕਰ ਰਹੀ ਆ ਸਾਰੀ। ਜਿਹਨੂੰ ਵੋਟਾਂ ਦੀ ਰਾਜਨੀਤੀ ਨਾਲ ਵੋਟ ਨਾਲ ਜੋੜ ਲਿਆ ਜਾਂਦਾ, ਵੋਟ ਪੋਲਿਟਿਕਸ ਨਾਲ। ਤੇ ਇਸ ਕਰਕੇ ਇਸ ਨੂੰ ਡਿਫੀਟ ਦਿੱਤੇ ਬਗੈਰ ਜਾਂ ਇਸ ਨੂੰ ਨੱਥ ਪਾਏ ਬਗੈਰ ਇੱਥੇ ਜਿਹੜਾ ਬਚਣਾ ਦੇਸ਼ ਦਾ ਬਚਣਾ ਤੇ ਦੇਸ਼ ਦੀ ਡੈਮੋਕ੍ਰੇਸੀ ਦਾ ਬਚਣਾ ਬੜਾ ਮੁਸ਼ਕਿਲ ਹੈ। ਤੇ ਇਸ ਨੂੰ ਸਾਨੂੰ ਪਿੱਛੇ ਤੋਂ ਲੈ ਕੇ ਹੁਣ ਤੱਕ ਸਮਝਣਾ ਚਾਹੀਦਾ ਵੀ ਇਹ ਫੇਰ ਹੁਣ ਚਰਮ ਸੀਮਾ ਤੇ ਹੈ, ਜਿਹੜੀ ਹਿੰਦੂਤਵ ਦਾ ਸਾਰਾ ਦਿਖਾਵਾ ਹੈ, ਪ੍ਰਗਟਾਵਾ, ਉਹਦਾ ਡਿਸਪਲੇ ਹੈ। ਤੇ ਬਸ ਇੱਥੇ ਲੜਾਈ ਖੜੀ ਹੈ। ਦੇਖਿਆ ਜਾਏਗਾ ਕਿਸ ਤਰਫੋਂ ਸਾਰਾ ਹੁੰਦਾ ਹੈ। ਇੱਥੇ ਹੀ ਅਸੀਂ ਆਪਣਾ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਤੇ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ, ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ, ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਤੇ ਜੇ ਇਸ ਗੱਲਬਾਤ ਬਾਰੇ, ਇਸ ਸਾਰੇ ਪ੍ਰੋਗਰਾਮ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ, ਤੁਹਾਡੀ ਕੋਈ ਰਾਏ ਹੋਵੇ, ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ ਤੁਸੀਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਚਾਨਾ ਜੀ, ਸਿਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਧੰਨਵਾਦ। ਧੰਨਵਾਦ ਜੀ ਜੰਡੂ ਸਾਹਿਬ।